ਨੈਣ ਮਹਿੰਜੇ ਤਰਸ ਦੇ, ਕਦ ਪਸੀ ਦੀਦਾਰ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਿਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸ਼ਾਹ, ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੁ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਜਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੁਗੋ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੁਗੋ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੁਗੋ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੁਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ। ਮਹਾਨ ਮਹਿਮਾ ਦੇ ਮਾਲਕ, ਜਾਹਰ ਜਹੂਰ, ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ, ਸ਼ਬਦ ਗੁਰੂ, ਬਾਣੀ ਗੁਰੂ, ਪੂਰਾ ਗੁਰੂ, ਸਮਰੱਥ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਸਤਿਗੁਰਾਂ ਦੀ ਅਪੁਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਇਸ ਸਥਾਨ ਨੂੰ, ਇਸ ਧਰਤੀ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਚਰਨਾਂ ਦੀ ਛੋਹ ਬਖਸ਼ ਕਰਕੇ ਕਣ ਕਣ ਨੂੰ ਪਵਿੱਤਰ ਕੀਤਾ ਹੋਇਆ ਹੈ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਹਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਆਪਣੇ ਚਰਨਾਂ ਦੀ ਛੋਹ ਬਖਸ਼ ਕਰਕੇ ਪੂਜਣ ਯੋਗ ਬਣਾ ਦਿੱਤਾ। ਇਹ ਅਸਥਾਨ ਪੂਜਾ ਆਸਣ ਥਾਪਣ ਸੋਆ, ਪੂਜਾ ਦਾ ਆਸਣ ਥਾਪਿਆ ਗਿਆ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ RAM ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਗੁਰ ਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਗਰੀਬ ਨਵਾਜ ਨੇ ਅੰਮ੍ਰਿਤ ਬਾਣੀ ਦੇ ਵਿੱਚ ਬੇਅੰਤ ਥਾਵਾਂ ਤੇ ਐਸੇ ਭਜਨ ਫਰਮਾਏ ਹਨ ਕਿ ਜਿੱਥੇ ਸਤਿਗੁਰੂ ਜੀ ਨੇ ਚਰਨ ਪਾਏ, ਜਿੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਉਹ ਧਰਤੀ ਹਰੀ ਭਰੀ ਹੋ ਗਈ, ਉਹ ਧਰਤੀ ਭਾਗਾਂ ਵਾਲੀ ਹੋ ਗਈ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਇਸ ਸਥਾਨ ਤੇ, ਇਸ ਧਰਤੀ ਤੇ ਜੇ ਅੱਜ ਏਡੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਮਸਕਾਰਾਂ ਕਰਦੀਆਂ ਹਨ, ਗੁਰੂ ਚਰਨਾਂ ਦੀ ਹਾਜ਼ਰੀ ਭਰਦੀਆਂ ਹਨ, ਸੇਵਾ ਤੇ ਸਿਮਰਨ ਕਰਦੀਆਂ ਹਨ, ਨਾਮ ਬਾਣੀ ਦੇ ਨਾਲ ਜੁੜਦੀਆਂ ਹਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਹਾਜ਼ਰੀ ਭਰਦੀਆਂ ਹਨ। ਕਿਉਂਕਿ ਇੱਥੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਚਰਨਾਂ ਦੀ ਛੋਹ ਬਖਸ਼ਿਸ਼ ਕੀਤੀ ਹੈ। ਇੱਥੇ ਗਰੀਬ ਨਵਾਜ ਸਾਹਿਬ ਜੀ ਨੇ ਚੌਂਕੜਾ ਲਾਇਆ ਹੈ। ਤੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਅਸਥਾਨ ਰਹਿੰਦੀ ਦੁਨੀਆ ਤੀਕ ਸੰਸਾਰ ਨੂੰ ਨਾਮ ਬਾਣੀ ਦੇ ਨਾਲ, ਸੇਵਾ ਸਿਮਰਨ ਦੇ ਨਾਲ ਜੋੜਦਾ ਰਹੇਗਾ ਔਰ ਸਦਾ ਵਾਸਤੇ ਇੱਥੋਂ ਇਹ ਪਵਿੱਤਰ ਉਪਦੇਸ਼ ਪ੍ਰਾਪਤ ਹੁੰਦਾ ਰਹੇਗਾ। ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ। ਤੋ ਲੜੀਵਾਰ ਰੂਪ ਦੇ ਵਿੱਚ ਜੋ ਅੱਜ ਦਾ ਪਾਵਨ ਉਪਦੇਸ਼ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। 921 ਅੰਗ ਤੋਂ ਇਹ ਪੌੜੀ ਆਰੰਭ ਹੁੰਦੀ ਹੈ। ਸ੍ਰੀ ਆਨੰਦ ਸਾਹਿਬ ਜੀ ਦੀ 34ਵੀਂ ਪੌੜੀ ਹੈ। 922 ਅੰਗ ਤੇ ਇਸ ਪੌੜੀ ਦੀ ਸਮਾਪਤੀ ਹੁੰਦੀ ਹੈ। ਗਰੀਬ ਨਵਾਜ ਤੀਜੇ ਪਾਤਸ਼ਾਹ ਜਿਵੇਂ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਤੇ ਸਤਿਕਾਰ ਸਹਿ ਸਰਵਣ ਕਰੀਏ ਜੀ। ਵਾਹਿਗੁਰੂ ਜੀ ਮਨ ਚਾਉ ਭਇਆ ਪ੍ਰਭ ਆਪ ਸੁਣਿਆ। ਸਤਿਗੁਰੂ ਜੀ ਨੇ
ਜੋ ਇਹ ਪਵਿੱਤਰ ਬਾਣੀ ਆਨੰਦ ਸਾਹਿਬ ਦੇ ਅੰਦਰ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ 40 ਪੌੜੀਆਂ ਦੇ ਵਿੱਚ ਇਹ ਇੱਕ ਇੱਕ ਪੌੜੀ ਆਨੰਦ ਦੇਣ ਵਾਲੀ ਹੈ, ਕਿਉਂਕਿ ਇਸ ਬਾਣੀ ਦਾ ਨਾਮ ਆਨੰਦ ਹੈ। ਅਸੀਂ ਭਾਵਨਾ ਦੇ ਨਾਲ, ਸਤਿਕਾਰ ਦੇ ਨਾਲ ਗੁਰਬਾਣੀ ਦਾ ਸਤਿਕਾਰ ਕਰਦਿਆਂ ਹੋਇਆਂ ਸ੍ਰੀ ਆਨੰਦ ਸਾਹਿਬ ਕਹਿੰਦੇ ਹਾਂ, ਔਰ ਕਹਿਣਾ ਵੀ ਇਸੇ ਤਰ੍ਹਾਂ ਹੀ ਬਣਦਾ ਹੈ। ਪਰ ਬਾਣੀ ਦਾ ਨਾਮ ਹੈ ਆਨੰਦ, ਤੇ ਆਨੰਦ ਹੈ ਇੱਕ ਮਹਾਨ ਅਵਸਥਾ ਦਾ ਨਾਮ। 40 ਹਨ ਇਸ ਪਵਿੱਤਰ ਬਾਣੀ ਦੀਆਂ ਪੌੜੀਆਂ। ਜਿਵੇਂ ਪੌੜੀ ਚੜ੍ਹ ਕਰਕੇ ਕੋਠੇ ਦੀ ਛੱਤ ਤੇ ਜਾਈਦਾ ਹੈ, ਪੌੜੀਆਂ ਚੜ੍ਹ ਕੇ ਚੁਬਾਰੇ ਤੇ ਅਪੜੀਦਾ ਹੈ। ਇਹ ਗੁਰੂ ਕੀ ਬਾਣੀ ਦੀਆਂ ਪਵਿੱਤਰ ਪੌੜੀਆਂ ਇਹ ਆਨੰਦ ਤੀਕ ਪਹੁੰਚਾਉਣ ਵਾਲੀਆਂ ਹਨ, ਆਨੰਦ ਦੀਆਂ ਦਾਤੀਆਂ ਹਨ। ਇੱਕ ਇੱਕ ਪੌੜੀ ਆਨੰਦ ਦੇਣ ਵਾਲੀ ਹੈ। ਤਾਂ ਅੱਜ ਦੀ ਇਸ 34ਵੀਂ ਪੌੜੀ ਵਿੱਚ ਮਹਾਰਾਜ ਸਾਹਿਬ ਜੀ ਗਰੀਬ ਨਵਾਜ ਬਖਸ਼ਿਸ਼ ਕਰ ਰਹੇ ਹਨ। ਉਸ ਅਵਸਥਾ ਦਾ ਕਥਨ ਕਰਦੇ ਹਨ ਜਿਸ ਵੇਲੇ ਪ੍ਰਭੂ ਦਾ ਆਉਣਾ ਸੁਣਿਆ ਹੈ। ਪ੍ਰਭੂ ਦੀ ਬੰਦਗੀ ਕਰਨ ਵਾਲੇ ਨੂੰ, ਗੁਰਮੁਖ ਗੁਰਸਿੱਖ ਨੂੰ, ਮਾਈ ਭਾਈ ਨੂੰ ਜਿਸ ਵੇਲੇ ਇਹ ਅਨੁਭਵ ਹੁੰਦਾ ਹੈ ਕਿ ਹੁਣ ਪ੍ਰਭੂ ਜੀ ਆਉਣਗੇ, ਹੁਣ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਵੇਗੀ, ਪ੍ਰਾਪਤੀ ਹੋਣ ਵਾਲੀ ਹੈ, ਪ੍ਰਭੂ ਜੀ ਆਉਣ ਵਾਲੇ ਹਨ। ਉਸ ਆਉਣ ਵਾਲੇ ਸਮੇਂ ਵੇਲੇ ਜਿਹੜਾ ਮਨ ਵਿੱਚ ਚਾਅ ਪੈਦਾ ਹੁੰਦਾ ਹੈ, ਜੋ ਉਤਸ਼ਾਹ ਪੈਦਾ ਹੁੰਦਾ ਹੈ, ਉਸ ਦਾ ਵਰਣਨ ਕਰਦੇ ਹਨ ਸਤਿਗੁਰੂ ਜੀ। ਮਨ ਚਾਉ ਭਇਆ, ਮਨ ਵਿੱਚ ਚਾਉ ਪੈਦਾ ਹੋਇਆ। ਪ੍ਰਭ ਆਗਮ ਸੁਣਿਆ। ਚਾਉ ਕਿਉਂ ਪੈਦਾ ਹੋਇਆ ਹੈ? ਕਿਉਂਕਿ ਪ੍ਰਭੂ ਦਾ ਆਉਣਾ ਸੁਣਿਆ ਹੈ ਕਿ ਪ੍ਰਭੂ ਜੀ ਆ ਰਹੇ ਹਨ। ਜਿਸ ਪ੍ਰਭੂ ਦੀ ਪ੍ਰਾਪਤੀ ਵਾਸਤੇ, ਪ੍ਰਭੂ ਦੇ ਮਿਲਾਪ ਵਾਸਤੇ, ਪ੍ਰਭੂ ਦੇ ਦੀਦਾਰ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਸੀ, ਉਹ ਪ੍ਰਭੂ ਪਤੀ ਦਾ ਆਉਣਾ ਸੁਣਿਆ। ਇਸ ਕਰਕੇ ਮਨ ਵਿੱਚ ਚਾਉ ਪੈਦਾ ਹੋਇਆ, ਮਨ ਦੇ ਵਿੱਚ ਖੁਸ਼ੀ ਪੈਦਾ ਹੋਈ ਹੈ, ਮਨ ਦੇ ਵਿੱਚ ਉਤਸ਼ਾਹ ਪੈਦਾ ਹੋਇਆ। ਮਨ ਚਾਉ ਭਇਆ, ਪ੍ਰਭ ਆਗਮ ਸੁਣਿਆ। ਆਗਮ ਦਾ ਅਰਥ ਹੈ ਆਉਣਾ। ਪ੍ਰਭੂ ਜੀ ਦਾ ਆਗਮਨ ਸੁਣਿਆ ਹੈ, ਪ੍ਰਭੂ ਜੀ ਦਾ ਆਉਣਾ ਸੁਣਿਆ ਹੈ ਕਿ ਪ੍ਰਭੂ ਪਰਮੇਸ਼ਰ ਜੀ ਆ ਰਹੇ ਹਨ। ਉਹਨਾਂ ਵਾਸਤੇ ਸੇਜਾ ਵਿਛਾਈ ਹੋਈ ਸੀ, ਹਿਰਦੇ ਰੂਪੀ ਸੇਜਾ। ਸ਼ਰਧਾ ਭਾਵਨਾ ਦੇ ਨਾਲ ਪ੍ਰਭੂ ਦੀ ਭਗਤੀ ਦੇ ਸਹਿਤ ਹੋ ਕਰਕੇ ਉਹ ਹਿਰਦੇ ਰੂਪੀ ਸੇਜਾ ਨੂੰ ਵਿਛਾਇਆ ਹੋਇਆ ਹੈ, ਤੇ ਉਸ ਹਿਰਦੇ ਦੀ ਸੇਜਾ ਤੇ ਆ ਕਰਕੇ ਪ੍ਰਭੂ ਨੇ ਬੈਠਣਾ ਹੈ। ਤੇ ਪਤਾ ਲੱਗਾ ਹੈ, ਖਬਰ ਮਿਲੀ ਹੈ ਕਿ ਪ੍ਰਭੂ ਜੀ ਆ ਰਹੇ ਹਨ। ਇਸ ਕਰਕੇ ਮਨ ਦੇ ਵਿੱਚ ਚਾਅ ਪੈਦਾ ਹੋਇਆ, ਉਤਸ਼ਾਹ ਪੈਦਾ ਹੋਇਆ। ਤਾਂ ਜਿੰਨਾ ਵੀ ਸਾਧਨ ਹੈ ਸਾਧ ਸੰਗਤ ਜੀ, ਉਹ ਪ੍ਰਭੂ ਦੀ ਪ੍ਰਾਪਤੀ ਵਾਸਤੇ ਹੀ ਕੀਤਾ ਜਾਂਦਾ ਹੈ। ਇਹ ਮਨੁੱਖਾ ਜਨਮ ਤਾਂ ਮਿਲਿਆ ਹੀ ਪ੍ਰਭੂ ਦੀ ਪ੍ਰਾਪਤੀ ਵਾਸਤੇ ਹੈ। ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਮਿਲੀ ਹੋਈ ਹੈ ਗੋਬਿੰਦ ਨਾਲ ਮਿਲਣ ਦੀ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਸਾਧ ਸੰਗਤ ਨਾਲ ਮਿਲ ਕਰਕੇ ਕੇਵਲ ਪ੍ਰਭੂ ਦੇ ਨਾਮ ਦਾ ਭਜਨ ਕਰਨਾ ਹੈ, ਤੇ ਉਹ ਨਾਮ ਦਾ ਭਜਨ ਕੀਤਿਆਂ ਫਿਰ ਪ੍ਰਭੂ ਦੀ ਪ੍ਰਾਪਤੀ ਹੋਣੀ ਹੈ। ਮਨ ਦੇ ਵਿੱਚ ਚਾਅ ਤੇ ਉਤਸ਼ਾਹ ਪੈਦਾ ਹੋਣਾ। ਜਿਵੇਂ
ਪਤੀ ਵਰਤਾ ਧਰਮ ਦੇ ਵਿੱਚ ਪ੍ਰਪੱਕ ਹੈ ਜੋ ਇਸਤਰੀ, ਉਸ ਦਾ ਪਤੀ ਪ੍ਰਦੇਸ਼ ਗਿਆ ਹੋਇਆ ਹੈ ਤੇ ਕਈਆਂ ਸਾਲਾਂ ਬਾਅਦ ਜਿਸ ਵੇਲੇ ਵਾਪਸ ਆ ਰਿਹਾ ਹੈ ਤੇ ਖਬਰ ਮਿਲੀ ਹੈ ਕਿ ਪਤੀ ਆ ਰਿਹਾ ਹੈ, ਘਰ ਦੀ ਸਾਫ਼ ਸਫਾਈ ਕੀਤੀ ਹੈ ਤੇ ਪਤੀ ਵਰਤਾ ਉਸ ਬੀਬੀ ਦੇ ਮਨ ਦੇ ਵਿੱਚ ਚਾਅ ਪੈਦਾ ਹੋਇਆ ਹੈ, ਉਤਸ਼ਾਹ ਪੈਦਾ ਹੋਇਆ ਹੈ। ਕਿਉਂ? ਕਿਉਂਕਿ ਸੁਣਿਆ ਹੈ ਕਿ ਅੱਜ ਪਤੀ ਨੇ ਆਉਣਾ ਹੈ। ਜੋ ਚਾਅ ਤੇ ਉਤਸ਼ਾਹ ਉਸ ਮੌਕੇ ਦੇ ਉੱਤੇ ਪੈਦਾ ਹੁੰਦਾ ਹੈ ਕਿ ਅੱਜ ਪਤੀ ਨੇ ਆਉਣਾ ਹੈ, ਪਤੀ ਦਾ ਮਿਲਾਪ ਹੋਣਾ ਹੈ, ਐਸਾ ਹੀ ਪ੍ਰਭੂ ਦੇ ਪਿਆਰਿਆਂ ਦੇ ਮਨ ਵਿੱਚ ਚਾਅ ਪੈਦਾ ਹੁੰਦਾ ਹੈ। ਜਿਸ ਪ੍ਰਭੂ ਦੀ ਪ੍ਰਾਪਤੀ ਵਾਸਤੇ, ਜਿਸ ਪ੍ਰਭੂ ਪਤੀ ਦੇ ਦਰਸ਼ਨਾਂ ਵਾਸਤੇ ਸਾਰਾ ਕੁਝ ਕੀਤਾ, ਉਹ ਪ੍ਰਭੂ ਦਾ ਆਉਣਾ ਸੁਣਿਆ ਹੈ ਤੇ ਮਨ ਵਿੱਚ ਉਤਸ਼ਾਹ ਪੈਦਾ ਹੋਇਆ। ਉਸ ਉਤਸ਼ਾਹ ਦੇ ਵਿੱਚ ਰਹਿੰਦੇ ਹਨ ਪ੍ਰਭੂ ਦੇ ਪਿਆਰੇ, ਕਿਸੇ ਬੱਧਾ ਚੱਟੀ ਦੇ ਵਿੱਚ ਨਹੀਂ ਹਨ। ਉਤਸ਼ਾਹ ਖੁਸ਼ੀ ਦੇ ਸਹਿਤ ਹਨ, ਜਿਸ ਨੂੰ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਵਰਣਨ ਕੀਤਾ ਹੈ ਵੀ ਇੱਕ ਤਾਂ ਹੈ ਉਤਸ਼ਾਹ ਤੋਂ ਬਿਨਾਂ ਜ਼ਿੰਦਗੀ। ਉਹ ਬੱਧਾ ਚੱਟੀ ਹੈ, ਜਿਵੇਂ ਕੋਈ ਬੱਝਾ ਹੋਇਆ ਚੱਟੀ ਭਰਦਾ, ਕੋਈ ਚਾਅ ਨਹੀਂ ਹੈ, ਕੋਈ ਉਤਸ਼ਾਹ ਨਹੀਂ ਹੈ, ਕਰਮ ਕਰਦਾ ਹੈ ਪਰ ਚਾਅ ਤੇ ਉਤਸ਼ਾਹ ਤੋਂ ਹੀਣਾ ਹੋ ਕਰਕੇ। ਉਸ ਨੂੰ ਮਹਾਰਾਜ ਸਾਹਿਬ ਕਹਿੰਦੇ ਹਨ, ਨਾ ਉਹਦੇ ਵਿੱਚੋਂ ਕੋਈ ਗੁਣ ਪੈਦਾ ਹੁੰਦਾ ਹੈ ਤੇ ਨਾ ਕੋਈ ਉਪਕਾਰ ਹੁੰਦਾ ਹੈ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਐ, ਕਾਜ ਸਵਾਰਨ ਹਾਰ। ਜੋ ਖੁਸ਼ੀ ਦੇ ਨਾਲ ਕਰਮ ਕੀਤਾ ਜਾਂਦਾ ਹੈ ਉਹੀ ਪ੍ਰਭੂ ਦੇ ਦਰ ਦੇ ਉੱਤੇ ਪ੍ਰਵਾਨ ਹੈ, ਜੋ ਉਤਸ਼ਾਹ ਦੇ ਨਾਲ ਕੀਤਾ ਜਾਂਦਾ। ਤੇ ਪ੍ਰਭੂ ਦੇ ਭਗਤੀ ਕਰਨ ਵਾਲਿਆਂ ਭਗਤਾਂ ਦੇ ਮਨ ਦੇ ਵਿੱਚ ਉਸ ਵੇਲੇ ਬਹੁਤਾ ਚਾਅ ਤੇ ਉਤਸ਼ਾਹ ਹੈ ਜਿਸ ਵੇਲੇ ਉਹਨਾਂ ਨੂੰ ਪ੍ਰਭੂ ਦੇ ਮਿਲਾਪ ਦਾ ਪਤਾ ਲੱਗਦਾ ਕਿ ਹੁਣ ਪ੍ਰਭੂ ਜੀ ਮਿਲਣਗੇ, ਹੁਣ ਵਾਹਿਗੁਰੂ ਜੀ ਦਾ ਮਿਲਾਪ ਹੋਵੇਗਾ। ਇੱਕ ਬਾਹਰੀ ਤੌਰ ਤੇ ਮਿਲਾਪ ਹੈ, ਇੱਕ ਅੰਤਰੀਵੀ ਤੌਰ ਤੇ ਮਿਲਾਪ ਹੈ। ਇਹ ਜਿਹੜੀ ਪਵਿੱਤਰ ਪੌੜੀ ਹੈ, 34ਵੀਂ ਪੌੜੀ, ਆਮ ਕਰਕੇ ਜਿਸ ਵੇਲੇ ਦਸਾਂ ਗੁਰੂ ਸਾਹਿਬਾਂ ਦੇ ਵਿੱਚੋਂ ਕਿਸੇ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਹੋਵੇ ਜਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਹੈ, ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਾਹਿਬ ਜੀ ਦਾ ਪ੍ਰਕਾਸ਼ ਜਿਸ ਵੇਲੇ ਪੁਰਬ ਆਉਂਦਾ ਹੈ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਆਉਂਦਾ ਹੈ, ਆਮ ਕਰਕੇ ਹੀ ਇਹ ਪੌੜੀ ਪੜ੍ਹੀ ਜਾਂਦੀ ਹੈ। ਉਸ ਵੇਲੇ ਮੁੱਖ ਵਾਕ ਲੈਣ ਤੋਂ ਪਹਿਲਾਂ ਵੀ ਪੜ੍ਹੀ ਜਾਂਦੀ ਹੈ, ਕੀਰਤਨ ਰੂਪ ਦੇ ਵਿੱਚ ਵੀ ਗਾਈ ਜਾਂਦੀ ਹੈ ਔਰ ਇਸ ਪੌੜੀ ਦੀ ਵਿਚਾਰ ਵੀ ਕੀਤੀ ਜਾਂਦੀ ਹੈ, ਕਿਉਂਕਿ ਪ੍ਰਭੂ ਆਏ ਆ, ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕੀਤਾ ਹੈ ਤੇ ਫਿਰ ਸਭ ਸੰਸਾਰ ਦੇ ਵਿੱਚ ਚਾਅ ਪੈਦਾ ਹੋਇਆ ਹੈ, ਗੁਰਸਿੱਖਾਂ ਦੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੋਇਆ ਹੈ, ਕਿਉਂਕਿ ਪ੍ਰਭੂ ਪਰਮੇਸ਼ਰ ਨੇ ਸਤਿਗੁਰੂ ਰੂਪ ਦੇ ਵਿੱਚ ਅਵਤਾਰ ਧਾਰਿਆ ਹੈ। ਇੱਕ ਤਾਂ ਇਹ ਆਉਣਾ ਹੈ ਸੰਸਾਰ ਦੇ ਵਿੱਚ, ਪਰ ਇੱਕ ਭਗਤਾਂ ਦੇ ਹਿਰਦੇ ਦੇ ਵਿੱਚ ਆ ਕਰਕੇ ਹਿਰਦੇ ਦੀ ਸੇਜਾ ਤੇ ਬੈਠਣਾ ਹੈ, ਉਹ ਵੀ ਆਉਣਾ ਹੈ, ਉਹ ਵੀ ਆਗਮਨ ਹੈ। ਇੱਕ ਸੰਸਾਰ ਤੇ ਅਵਤਾਰ ਧਾਰਨ ਕਰਕੇ ਜੋ ਆਉਣਾ ਹੈ ਇਹ ਆਗਮਨ ਹੈ, ਪਰ ਇੱਕ ਬੰਦਗੀ ਕਰਨ ਵਾਲਿਆਂ ਦੇ ਹਿਰਦੇ ਦੇ ਵਿੱਚ ਆਉਣਾ ਹੈ, ਇਹ ਵੀ ਆਗਮਨ ਹੈ।
ਉਸ ਵੇਲੇ ਮਨ ਵਿੱਚ ਚਾਅ ਹੋਇਆ ਏ, ਜਿਸ ਵੇਲੇ ਪ੍ਰਭੂ ਦਾ ਹਿਰਦੇ ਦੀ ਸੇਜਾ ਤੇ ਆਉਣਾ ਸੁਣਿਆ। ਕਿਉਂਕਿ ਕੁਝ ਨਿਸ਼ਾਨੀਆਂ, ਕੁਝ ਚਿੰਨ੍ਹ ਉਹ ਪ੍ਰਭੂ ਦੀ ਬੰਦਗੀ ਕਰਨ ਵਾਲਿਆਂ ਨੂੰ ਪਹਿਲਾਂ ਦਿਸਦੇ ਹਨ। ਜਿਵੇਂ ਮੀਂਹ ਪੈਣਾ ਹੋਵੇ, ਬਰਖਾ ਹੋਣੀ ਹੋਵੇ, ਤੇ ਉਹਦੀਆਂ ਕੁਝ ਨਿਸ਼ਾਨੀਆਂ ਪਹਿਲੋਂ ਦਿਸ ਪੈਂਦੀਆਂ ਹਨ ਕਿ ਹੁਣ ਮੀਂਹ ਪਵੇਗਾ। ਸਿਆਣੇ ਦਾਨੇ ਲੋਕ ਉਸ ਵੇਲੇ ਅਨੁਭਵ ਕਰਦੇ ਹਨ, ਅੰਦਾਜ਼ਾ ਲਾਉਂਦੇ ਆ ਵੀ ਇਸ ਤਰੀਕੇ ਦੀ ਹਵਾ ਵਗ ਰਹੀ ਹੈ। ਪਹਿਲਾਂ ਅੱਤ ਦੀ ਗਰਮੀ ਸੀ ਤੇ ਬਹੁਤ ਜ਼ਿਆਦੀ ਗਰਮੀ ਸੀ, ਇਸ ਕਰਕੇ ਹੁਣ ਪੁਰੇ ਦੀ ਹਵਾ ਵਗ ਰਹੀ ਹੈ, ਬੱਦਲ ਆਵੇਗਾ, ਮੀਂਹ ਪਵੇਗਾ। ਉਹ ਪਹਿਲੋਂ ਹੀ ਮੀਂਹ ਦਾ ਅੰਦਾਜ਼ਾ ਲਾ ਲਿਆ ਜਾਂਦਾ ਹੈ। ਇਸੇ ਤਰ੍ਹਾਂ ਬੰਦਗੀ ਕਰਨ ਵਾਲੇ ਪ੍ਰਭੂ ਦੇ ਪਿਆਰੇ, ਜਿਸ ਵੇਲੇ ਉਹਨਾਂ ਦਾ ਚਿੱਤ ਇਕਾਗਰ ਹੁੰਦਾ ਹੈ, ਪ੍ਰਭੂ ਦੇ ਨਾਲ ਜੁੜਦਾ ਹੈ, ਤਾਂ ਉਹਨਾਂ ਨੂੰ ਵੀ ਕੁਝ ਨਿਸ਼ਾਨੀਆਂ ਜਿਹੜੀਆਂ ਹਨ ਉਹ ਦਿਸਦੀਆਂ ਹਨ। ਕੁਝ ਤਰੰਗਾਂ ਜਿਹੜੀਆਂ ਉਹ ਅਨੁਭਵ ਹੁੰਦੀਆਂ ਹਨ ਕਿ ਹੁਣ ਪ੍ਰਭੂ ਦੀ ਪ੍ਰਾਪਤੀ ਹੈ, ਹੁਣ ਪ੍ਰਭੂ ਜੀ ਆਉਣਗੇ, ਹਿਰਦੇ ਦੀ ਸੇਜਾ ਤੇ ਆ ਕੇ ਬੈਠਣਗੇ। ਕਿਉਂਕਿ ਹੈ ਤਾਂ ਨੇੜੇ ਹੀ ਅੰਮ੍ਰਿਤ ਬਾਣੀ ਜਿਸ ਵੇਲੇ ਆਪਾਂ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਵੀ ਉਹ ਤੈਥੋਂ ਦੂਰ ਨਹੀਂ ਹੈ, ਤੈਥੋਂ ਵੱਖ ਨਹੀਂ ਹੈ, ਪਰ ਤੈਨੂੰ ਹਾਲੇ ਉਹ ਦ੍ਰਿਸ਼ਟੀ ਹੀ ਨਹੀਂ ਮਿਲੀ, ਉਹ ਅੱਖ ਹੀ ਨਹੀਂ ਮਿਲੀ ਜਿਸ ਨਾਲ ਤੂੰ ਉਸ ਨੂੰ ਵੇਖ ਸਕੇ। ਹੈ ਨੇੜੇ ਹੀ, ਪਰ ਛੋਟਾ ਜਿਹਾ ਪਰਦਾ ਹੈ ਵਿੱਚ, ਜਿਸ ਕਰਕੇ ਉਹ ਛੋਟੇ ਜਿਹੇ ਪਰਦੇ ਨੇ ਦੂਰੀ ਬਣਾ ਦਿੱਤੀ ਹੈ। ਉਹ ਹਉਮੈ ਦਾ ਪਰਦਾ ਹੈ, ਉਹ ਹਉਮੈ ਦੀ ਕੰਧ ਹੈ, ਹਉਮੈ ਦੀ ਕੰਧ, ਹਉਮੈ ਦਾ ਪਰਦਾ, ਜਿਸ ਨੂੰ ਮਹਾਰਾਜ ਨੇ ਆਖਿਆ ਹਉਮੈ ਭੀਤ ਕਰਾਰੀ, ਜਿਸ ਨੂੰ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਕੂੜ ਦਾ ਪਰਦਾ। ਉਹ ਸੱਚ ਦੀ ਪ੍ਰਾਪਤੀ ਕਿਵੇਂ ਹੋਵੇ, ਸੱਚ ਦੀ ਪ੍ਰਾਪਤੀ ਵਾਲੇ ਕਿਵੇਂ ਬਣੀਏ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਉਹ ਤੂੰ ਕੂੜ ਦੀ ਜਿਹੜੀ ਝੂਠ ਦੀ ਪਾਲ ਹੈ, ਉਹ ਹਉਮੈ ਦੀ ਪਾਲ ਹੈ, ਹਉਮੈ ਦੀ ਕੰਧ ਹੈ ਝੂਠਾ ਹੀ ਪਰਦਾ ਹੈ, ਕੂੜੀ ਕੰਧ, ਕੋਈ ਮਜ਼ਬੂਤ ਕੰਧ ਨਹੀਂ ਹੈ, ਮਿਥਿਆ ਹੈ। ਜਿਸ ਨੂੰ ਮਹਾਰਾਜ ਕਹਿੰਦੇ ਹਨ ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ। ਝੂਠੀ ਹਉਮੈ ਦੀ ਕੰਧ ਜਿਹੜੀ ਵਿੱਚ ਪਰਦਾ ਹੈ, ਉਹਨੇ ਦੂਰੀ ਪਾਈ ਹੋਈ ਹੈ, ਉਹ ਪਰਦੇ ਕਰਕੇ ਦੂਰੀ ਬਣੀ ਹੋਈ ਹੈ। ਤੇ ਬੰਦਗੀ ਕਰਦਿਆਂ, ਨਾਮ ਜਪਦਿਆਂ, ਜਿਸ ਵੇਲੇ ਉਹ ਪਰਦਾ ਟੁੱਟਾ, ਉਹ ਕੰਧ ਵਿਚਾਲਿਓਂ ਦੂਰ ਹੋਈ ਤੇ ਪ੍ਰਭੂ ਦੇ ਆਉਣ ਦਾ ਪਤਾ ਲੱਗਾ, ਪ੍ਰਾਪਤੀ ਦਾ ਪਤਾ ਲੱਗਾ, ਤੇ ਫਿਰ ਮਨ ਦੇ ਵਿੱਚ ਚਾਅ ਪੈਦਾ ਹੋਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਕਿ ਹੁਣ ਪ੍ਰਭੂ ਪਰਮੇਸ਼ਰ ਇਹ ਹਿਰਦੇ ਦੀ ਸੇਜਾ ਤੇ ਆ ਕੇ ਬੈਠੇਗਾ। ਕਿਉਂਕਿ ਜਿਸ ਹਿਰਦੇ ਦੀ ਸੇਜਾ ਤੇ ਆ ਕਰਕੇ ਪ੍ਰਭੂ ਪਰਮੇਸ਼ਰ ਨੇ ਬੈਠਣਾ ਹੈ, ਮਹਾਰਾਜ ਸਾਹਿਬ ਕਹਿੰਦੇ ਵੀ ਉਹ ਮੈਲਾ ਹੀ ਬੜਾ ਹੋਇਆ ਪਿਆ, ਉਹ ਮੈਲਾ ਹੀ ਬਹੁਤ ਹੋਇਆ ਪਿਆ, ਉਸ ਨੂੰ ਸਵਾਰਨਾ ਹੈ। ਕਿਉਂਕਿ ਜਿਸ ਥਾਂ ਦੇ ਉੱਤੇ ਗੰਦਗੀ ਪਈ ਹੋਵੇ, ਉੱਥੇ ਤਾਂ ਕੋਈ ਬੈਠਦਾ ਨਹੀਂ ਹੈ ਨਾ। ਅਸੀਂ ਜਿਸ ਥਾਂ ਤੇ ਬੈਠਦੇ ਹਾਂ ਤੇ ਸਫਾਈ ਕਰਦੇ ਹਾਂ, ਘਰ ਦੇ ਵਿੱਚ ਰੋਜ਼ ਝਾੜੂ ਦਿੱਤਾ ਜਾਂਦਾ ਹੈ, ਸਫਾਈ ਕੀਤੀ ਜਾਂਦੀ ਹੈ, ਤਾਂ ਵਾਹਿਗੁਰੂ ਜੀ ਦੀ ਪ੍ਰਾਪਤੀ ਤਾਂ ਮਹਾਰਾਜ ਸਾਹਿਬ ਜੀ ਨੇ ਆਖਿਆ ਆਪਣੇ ਹਿਰਦੇ ਦੀ ਸੇਜਾ ਨੂੰ ਸਵਾਰ ਤਾਂ ਸਹੀ, ਵਿਛਾ ਕੇ ਤਾਂ ਰੱਖ, ਉਡੀਕ ਤਾਂ ਕਰ, ਪੁਕਾਰਾਂ ਤੇ ਕਰ, ਤੇ ਫਿਰ ਹਿਰਦੇ ਦੀ ਸੇਜ ਵਿਛਾ ਕੇ ਰੱਖੇਗਾ, ਬੇਨਤੀਆਂ ਕਰੇਗਾ, ਤਰਲੇ ਪਾਵੇਂਗਾ, ਤੇ ਫਿਰ ਆ ਕੇ ਬੈਠਣਗੇ। ਕਹਿੰਦੇ ਪ੍ਰਭੂ ਦੀ ਪ੍ਰਾਪਤੀ ਕਰਨ ਵਾਸਤੇ ਆਪਣੇ ਆਪ ਨੂੰ ਸਵਾਰ, ਆਪ ਸਵਾਰ ਹੈ ਮੈਂ ਮਿਲ ਹੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ।
ਪ੍ਰਭੂ ਨੇ ਆਖਿਆ ਵੀ ਜੇ ਤੂੰ ਮੈਨੂੰ ਮਿਲਣਾ ਚਾਹਣਾ ਤੇ ਆਪਣੇ ਆਪ ਨੂੰ ਸਵਾਰ, ਆਪਣੇ ਹਿਰਦੇ ਦੀ ਸੇਜ ਨੂੰ ਸਵਾਰ। ਜਿਹੜੇ ਟੋਏ ਟਿੱਬੇ ਆ ਨਾ, ਇਹ ਪੱਧਰੇ ਕਰ ਹਿਰਦੇ ਦੇ ਵਿੱਚੋਂ, ਟੋਏ ਟਿੱਬੇ ਲਾਉਣਾ ਕਰ। ਇਹ ਵਾਲ ਜਿਹੜੇ ਕੱਢਣਾ ਕਰ, ਉਹ ਵੱਟ ਪਏ ਹੋਏ ਆ ਜੋ ਹਿਰਦੇ ਦੀ ਸੇਜਾ ਦੇ ਉੱਤੇ, ਹਿਰਦੇ ਦੀ ਸੇਜਾ ਦੇ, ਹਿਰਦੇ ਦੀ ਇਹ ਚਾਦਰ ਦੇ ਵੱਟ ਕੱਢਣਾ ਕਰ। ਇਸ ਸੇਜ ਨੂੰ ਵਿਸ਼ਾ ਸ਼ਰਧਾ ਤੇ ਭਾਵਨਾ ਦੇ ਨਾਲ ਤੇ ਹਿਰਦੇ ਦੀ ਸਫਾਈ ਕਰ। ਜੋ ਇੱਥੇ ਅਨੇਕ ਤਰ੍ਹਾਂ ਦੀ ਮੈਲ ਲੱਗੀ ਹੋਈ ਹੈ, ਉਸ ਮੈਲ ਨੂੰ, ਕੂੜੇ ਨੂੰ, ਕਰਕਟ ਨੂੰ ਕੱਢਣਾ ਕਰ, ਇਹਦੀ ਸਫਾਈ ਕਰ। ਮਹਾਂਪੁਰਖ ਅਲੰਕਾਰ ਸੁਣਾਇਆ ਕਰਦੇ ਕਿ ਇੱਕ ਰਾਜੇ ਨੇ ਆਪਣੇ ਪਰਜਾ ਦੇ ਲੋਕਾਂ ਨੂੰ ਆਖਿਆ, ਉਹਨਾਂ ਦੇ ਘਰ ਵਹਿੰਦਿਆਂ ਹੋਇਆਂ, ਤੇ ਸਾਰਿਆਂ ਨੂੰ ਹੁਕਮ ਦਿੱਤਾ ਵੀ ਆਪਣੇ ਘਰਾਂ ਨੂੰ ਸਵਾਰੋ, ਆਪਣੇ ਘਰਾਂ ਨੂੰ ਸਵਾਰੋ ਤੁਸੀਂ। ਤੇ ਜਿਸ ਦਾ ਘਰ ਸੋਹਣਾ ਮੈਨੂੰ ਲੱਗਾ, ਸਵਾਰਿਆ ਹੋਇਆ ਲੱਗਾ, ਤੇ ਉਸ ਦੇ ਘਰ ਵਿੱਚ ਮੈਂ ਆਪਣਾ ਨਿਵਾਸ ਕਰਾਂਗਾ ਤੇ ਉਸ ਨੂੰ ਇਨਾਮ ਵੀ ਦਿੱਤਾ ਜਾਵੇਗਾ, ਉਹਦੇ ਉੱਤੇ ਮੇਰੀ ਖੁਸ਼ੀ ਵੀ ਹੋਵੇਗੀ, ਤੇ ਫਿਰ ਮੈਂ ਆਪਣੀ ਖੁਸ਼ੀ ਦੇ ਨਾਲ ਜੋ ਮੇਰਾ ਜੀ ਕਰੇਗਾ ਉਸ ਨੂੰ ਮੈਂ ਦੇਵਾਂਗਾ। ਤੇ ਤੁਸੀਂ ਸਵਾਰੋ ਤੇ ਮੈਂ ਇੱਕ ਵਾਰੀ ਤੁਹਾਡੇ ਘਰ ਵੇਖਣ ਵਾਸਤੇ ਆਵਾਂਗਾ। ਰਾਜੇ ਨੇ ਜਾਣਬੁੱਝ ਕੇ ਦੇਰੀ ਕਰ ਦਿੱਤੀ। ਪਰਜਾ ਦੇ ਲੋਕਾਂ ਨੇ, ਨਗਰ ਦੇ ਲੋਕਾਂ ਨੇ ਆਪੋ ਆਪਣੇ ਘਰ ਸਵਾਰਨ ਦਾ ਯਤਨ ਕੀਤਾ। ਸਭ ਨੇ ਸਵਾਰੇ। ਜਦੋਂ ਜਾਣਬੁੱਝ ਕੇ ਦੇਰੀ ਕੀਤੀ ਤੇ ਕਈਆਂ ਨੇ ਆਖਿਆ ਵੀ ਰਾਜੇ ਨੂੰ ਚੇਤਾ ਭੁੱਲ ਗਿਆ, ਕਿਉਂਕਿ ਰਾਜੇ ਨੂੰ ਕੰਮਕਾਰ ਬਹੁਤੇ ਐ, ਇਸ ਕਰਕੇ ਉਹਨੂੰ ਇਹ ਗੱਲ ਕਹਿ ਕੇ ਚੇਤਾ ਭੁੱਲ ਗਿਆ, ਹੁਣ ਸਾਡੇ ਘਰ ਵੇਖਣ ਵਾਸਤੇ ਰਾਜੇ ਨੇ ਨਹੀਂ ਆਉਣਾ। ਕਈਆਂ ਨੇ ਫਿਰ ਆਪਣੇ ਜਿਹੜੇ ਘਰ ਸੀ ਉਹਨਾਂ ਨੂੰ ਸਵਾਰਨਾ ਬੰਦ ਕਰ ਦਿੱਤਾ, ਛੱਡ ਦਿੱਤਾ। ਕਈਆਂ ਨੇ ਆਪਣੇ ਘਰਾਂ ਦੇ ਵਿੱਚ ਪਸ਼ੂ ਬੰਨ੍ਹ ਲਏ ਤੇ ਪਸ਼ੂਆਂ ਨੇ ਫਿਰ ਉਹ ਘਰ ਜਿਹੜਾ ਸੀ ਉਹਨੂੰ ਖਰਾਬ ਕਰ ਦਿੱਤਾ। ਕਈਆਂ ਨੇ ਅੱਗ ਬਾਲੀ ਹੈ, ਥਾਂ ਥਾਂ ਤੇ ਉਹ ਧੂਆਂ ਕਰਕੇ, ਅੱਗ ਬਾਲ ਕੇ ਕੰਧਾਂ ਹੀ ਕਾਲੀਆਂ ਕਰ ਦਿੱਤੀਆਂ, ਕੰਧਾਂ ਕੌਲੇ ਸਾਰੇ ਕਾਲੇ ਕਰ ਦਿੱਤੇ। ਕਈਆਂ ਨੇ ਝਾੜੂ ਹੀ ਨਹੀਂ ਦਿੱਤਾ, ਸਫਾਈ ਨਹੀਂ ਰੱਖੀ ਆਪਣੇ ਘਰ ਦੀ, ਕਹਿੰਦੇ ਕਿਹੜਾ ਵੇਖਣ ਆਉਣਾ ਹੈ ਰਾਜੇ ਨੇ। ਪਰ ਕਈ ਉਡੀਕ ਵਿੱਚ ਇੱਕ ਐਸਾ ਸੀ, ਉਹਨੇ ਪੂਰੇ ਸਜਾ ਕੇ ਰੱਖਿਆ ਘਰ ਨੂੰ। ਹਰ ਰੋਜ਼ ਝਾੜੂ ਦੇਣਾ, ਹਰ ਰੋਜ਼ ਸਜਾ ਕੇ ਰੱਖਣਾ, ਹਰ ਰੋਜ਼ ਕਲੀ ਪਾ ਕੇ ਰੱਖਣੀ, ਹਰ ਰੋਜ਼ ਸੇਜ ਵਿਛਾ ਕੇ ਰੱਖਣੀ, ਉਡੀਕ ਵਿੱਚ ਰਹਿਣਾ। ਪਤਾ ਨਹੀਂ ਅੱਜ ਹੀ ਸ਼ਾਇਦ ਰਾਜਾ ਆ ਜਾਵੇ, ਨਹੀਂ ਆਇਆ, ਅਗਲੇ ਦਿਨ ਫੇਰ ਉਸੇ ਤਰ੍ਹਾਂ ਸਵਾਰ ਕੇ ਰੱਖਣਾ। ਜਦੋਂ ਰਾਜਾ ਆਇਆ ਵੇਖਣ ਵਾਸਤੇ, ਜਿਨ੍ਹਾਂ ਦੇ ਘਰਾਂ ਵਿੱਚ ਗੰਦਗੀ ਪਈ ਹੋਈ ਸੀ, ਆਖਿਆ ਤੁਸੀਂ ਮੇਰੀ ਆਗਿਆ ਦਾ ਪਾਲਣ ਹੀ ਨਹੀਂ ਕੀਤਾ। ਮੈਂ ਆਖਿਆ ਸੀ ਆਪਣੇ ਘਰ ਸਵਾਰ ਕੇ ਰੱਖਿਓ, ਮੈਂ ਵੇਖਣ ਵਾਸਤੇ ਆਵਾਂਗਾ, ਤੁਸੀਂ ਤੇ ਮੇਰੀ ਆਗਿਆ ਹੀ ਨਹੀਂ ਮੰਨੀ ਹੈ। ਅੱਜ ਜਿਨ੍ਹਾਂ ਨੇ ਘਰਾਂ ਵਿੱਚ ਪਸ਼ੂ ਬੰਨੇ ਹੋਏ, ਘਰ ਨਹੀਂ ਸਵਾਰੇ, ਮੇਰੀ ਆਗਿਆ ਨਹੀਂ ਮੰਨੀ, ਇਹਨਾਂ ਨੂੰ ਫੜ ਕੇ ਜੇਲ੍ਹ ਵਿੱਚ ਪਾ ਦਿਓ। ਦੂਸਰਿਆਂ ਨੂੰ ਵੇਖਿਆ ਤੁਸੀਂ ਤੇ ਕੰਧਾਂ ਕੌਲੇ ਸਾਰੇ ਹੀ ਕਾਲੇ ਕਰ ਦਿੱਤੇ, ਫੜੋ ਇਹਨਾਂ ਨੂੰ ਵੀ ਜੇਲ੍ਹ ਖਾਨੇ ਵਿੱਚ ਬੰਦੀ ਬਣਾ ਦਿਓ। ਹੋਰ ਜਿਨ੍ਹਾਂ ਨੇ ਆਪਣੇ ਘਰਾਂ ਨੂੰ ਨਹੀਂ ਸਵਾਰਿਆ, ਉਹਨਾਂ ਨੂੰ ਸਾਰਿਆਂ ਨੂੰ ਸਜ਼ਾ ਦਿੱਤੀ ਗਈ। ਜਿਸ ਇੱਕ ਨੇ ਸਵਾਰਿਆ ਹੋਇਆ ਸੀ, ਵੇਖਿਆ ਕਲੀ ਪਈ ਹੋਈ ਹੈ, ਅੱਗੇ ਜਾ ਕੇ ਵੇਖਿਆ ਘਰ ਨੂੰ ਪੂਰਾ ਸਵਾਰਿਆ ਹੋਇਆ ਹੈ, ਤੇ ਇੱਕ ਪਲੰਘਾ ਵੀ ਵਿਛਾਇਆ ਹੋਇਆ ਹੈ ਰਾਜੇ ਦੀ ਉਡੀਕ ਵਿੱਚ। ਰਾਜਾ ਗਿਆ, ਉਸ ਸੇਜਾ ਤੇ ਬੈਠਾ, ਬਹੁਤ ਖੁਸ਼ ਹੋਇਆ, ਕਹਿਣ ਲੱਗਾ ਮੈਂ ਤਾਂ ਜਾਣ ਬੁੱਝ ਕੇ ਦੇਰੀ ਕੀਤੀ ਸੀ, ਪਰਖਣ ਵਾਸਤੇ ਦੇਰੀ ਕੀਤੀ ਸੀ ਕਿ ਕਿਹੜੇ ਸਵਾਰ ਕੇ ਰੱਖਦੇ ਆ ਤੇ ਕਿਹੜੇ ਨਹੀਂ ਸਵਾਰਦੇ। ਤੂੰ ਹਰ ਰੋਜ਼ ਸਵਾਰਦਾ ਰਿਹਾ ਹੈ? ਹਾਂ, ਮੈਂ ਤਾਂ ਹਰ ਰੋਜ਼ ਸਵਾਰਦਾ ਰਿਹਾ, ਰੋਜ਼ ਉਡੀਕ ਵਿੱਚ ਰਿਹਾ ਵੀ ਪਤਾ ਨਹੀਂ ਅੱਜ ਹੀ ਰਾਜਨ ਆ ਜਾਣ। ਤਾਂ ਫਿਰ ਉਹ ਘਰ ਜਿਹੜਾ ਸੀ ਕਹਿਣ ਲੱਗੇ ਮੇਰੀ ਖੁਸ਼ੀ ਹੈ ਤੇਰੇ ਉੱਤੇ, ਤੂੰ ਮੇਰੀ ਆਗਿਆ ਦਾ ਪਾਲਣ ਕੀਤਾ ਹੈ, ਇਸ ਕਰਕੇ ਤੇਰੇ ਘਰ ਵਿੱਚ ਹੁਣ ਮੈਂ ਰਵਾਂਗਾ, ਤੇ ਜਿਹੜਾ ਮੇਰਾ ਮਹਿਲ ਹੈ ਨਾ ਉਹ ਹੁਣ ਮੈਂ ਤੈਨੂੰ ਦੇਣਾ ਵਾ, ਤੂੰ ਮੇਰੇ ਮਹਿਲ ਵਿੱਚ ਰਹਿਣਾ ਕਰ, ਆਪਣਾ ਰਾਜ ਭਾਗ ਹੁਣ ਮੈਂ ਤੈਨੂੰ ਦਿੰਦਾ। ਇਹ ਹੈ ਦ੍ਰਿਸ਼ਟਾਂਤ, ਇਹਦਾ ਦਾ ਦ੍ਰਿਸ਼ਟਾਂਤ ਹੈ। ਸਾਰਿਆਂ ਤੋਂ ਵੱਡਾ ਰਾਜਾ ਹੈ ਪਰਮੇਸ਼ਰ,
ਉਸਨੇ ਸਾਰਿਆਂ ਨੂੰ ਇਹ ਮਨੁੱਖਾ ਸਰੀਰ ਦਿੱਤੇ ਹੋਏ ਆ, ਇਹ ਘਰ ਦਿੱਤੇ ਹੋਏ ਆ। ਘਰ ਇਹ ਮਨੁੱਖਾ ਸਰੀਰ ਰੂਪੀ ਘਰ ਵਾ, ਜਿੱਥੇ ਪ੍ਰਤੱਖ ਸਾਨੂੰ ਘਰ ਦਿੱਤੇ ਨਾ, ਇੱਟਾਂ ਦੇ ਬਣੇ ਹੋਏ ਜਿਹੜੇ ਘਰ ਵਾ, ਜਿਨ੍ਹਾਂ ਵਿੱਚ ਅਸੀਂ ਸਰੀਰ ਕਰਕੇ ਰਹਿੰਦੇ ਹਾਂ, ਉਹ ਵੀ ਉਸ ਰਾਜੇ ਪਰਮੇਸ਼ਰ ਨੇ ਹੀ ਸਾਨੂੰ ਦਿੱਤੇ। ਜਿਹ ਪ੍ਰਸਾਦ ਬਸਹਿ ਸੁਖ ਮੰਦਰ, ਤਿਸਹਿ ਧਿਆਏ ਸਦਾ ਮਨ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਹੁ ਤਿਸ ਰਸਨਾ। ਉਹ ਪ੍ਰਤੱਖ ਘਰ ਵੀ ਰਾਜਿਆਂ ਦੇ ਰਾਜੇ ਪਰਮੇਸ਼ਰ ਵਾਹਿਗੁਰੂ ਨੇ ਸਾਨੂੰ ਦਿੱਤੇ, ਪਰ ਸਰੀਰ ਨੂੰ ਵੀ ਘਰ ਆਖਿਆ। ਇਹ ਸਰੀਰ ਰੂਪੀ, ਇਹ ਹਿਰਦਾ ਰੂਪੀ ਘਰ ਜੋ ਹੈ, ਇਹ ਵਾਹਿਗੁਰੂ ਨੇ ਸਾਨੂੰ ਦਿੱਤੇ। ਤੇ ਪਰਮੇਸ਼ਰ ਰਾਜੇ ਨੇ ਆਖਿਆ ਵੀ ਸਵਾਰੋ ਇਹਨੂੰ, ਬਾਹਰੋਂ ਵੀ ਸਵਾਰੋ ਤੇ ਅੰਦਰੋਂ ਵੀ ਸਵਾਰੋ। ਬਾਹਰੋਂ ਸਵਾਰਨਾ ਕੀ ਹੈ? ਵੀ ਜਿਸ ਤਰ੍ਹਾਂ ਦੀ ਮੈਂ ਸਾਬਤ ਸੂਰਤ ਤੁਹਾਨੂੰ ਦਿੱਤੀ ਹੈ, ਇਸ ਤਰ੍ਹਾਂ ਦੀ ਸਾਬਤ ਸੂਰਤ ਰੱਖੋ। ਸਾਬਤ ਸੂਰਤ ਦਸਤਾਰ ਸਿਰਾ, ਬਾਹਰੋਂ ਵੀ ਸਵਾਰੋ ਇਸ ਨੂੰ, ਤੇ ਅੰਦਰੋਂ ਸਵਾਰੋ ਕਿ ਅੰਦਰੋਂ ਹਿਰਦੇ ਨੂੰ, ਮਨ ਨੂੰ ਵੀ ਸਵਾਰਨਾ ਕਰੋ। ਹਿਰਦੇ ਦੀ ਵੀ ਸਾਫ਼ ਸਫਾਈ ਰੱਖੋ। ਜੋ ਸਭ ਪ੍ਰਕਾਰ ਦਾ ਕੂੜਾ ਕਰਕਟ ਹੈ, ਕਾਮ ਦਾ, ਕ੍ਰੋਧ, ਲੋਭ, ਮੋਹ, ਹੰਕਾਰ ਦਾ, ਝੂਠ, ਨਿੰਦਿਆ, ਚੁਗਲੀ, ਈਰਖਾ, ਬਖੀਲੀ ਦਾ ਜੋ ਕੂੜਾ ਤੇ ਗੰਦਗੀ ਹੈ, ਇਹ ਸ਼ਬਦ ਦੇ ਝਾੜੂ ਦੇ ਨਾਲ, ਸ਼ਬਦ ਦੀ ਵਿਚਾਰ ਦੇ ਨਾਲ ਵਿਚਾਰ ਕਰ ਕਰਕੇ, ਸ਼ਬਦ ਨਾਲ ਜੁੜ ਜੁੜ ਕੇ ਹਿਰਦੇ ਦਾ ਕੂੜਾ ਵੀ ਬਾਹਰ ਕੱਢੋ। ਤੇ ਸਰਦਾ ਧਾਰਨ ਰੂਪੀ ਸ਼ਰਧਾ ਦੀ, ਭਾਵਨਾ ਦੀ ਇਹ ਸੇਜਾ ਵਿਛਾਉਣਾ ਕਰੋ। ਸ਼ਰਧਾ ਦੀ ਸੇਜ ਵਿਛਾਉਣਾ ਕਰੋ। ਹਿਰਦੇ ਦੇ ਉੱਤੇ ਆਸਣ ਲਾਓ। ਜਾਣ ਬੁੱਝ ਕੇ ਦੇਰੀ ਕਰ ਦਿੱਤੀ, ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੀ ਪ੍ਰਾਪਤੀ ਕਰਾਉਣ ਰੂਪੀ ਜਾਣ ਬੁੱਝ ਕੇ ਦੇਰੀ ਕੀਤੀ। ਤੇ ਕਈਆਂ ਨੇ ਫਿਰ ਜਿਹੜਾ ਉਹ ਛੱਡ ਦਿੱਤਾ, ਕਹਿੰਦੇ ਵੀ ਬੜਾ ਚਿਰ ਹੋ ਗਿਆ, ਹੁਣ ਕੀ ਪਤਾ ਆਉਣਾ ਕਿ ਨਹੀਂ ਆਉਣਾ। ਪਰਮੇਸ਼ਰ ਰਾਜੇ ਨੇ ਕਿਸੇ ਨੇ ਬਾਹਰੋਂ ਵੀ ਅੰਦਰੋਂ ਵੀ ਆਪਣੇ ਘਰ ਦੀ ਸਫਾਈ ਨਾ ਰੱਖੀ, ਹਿਰਦੇ ਉੱਤੇ ਵੀ ਗੰਦਗੀ ਪੈ ਗਈ, ਕੂੜਾ ਚੜ ਗਿਆ ਵਿਕਾਰਾਂ ਦਾ। ਤੇ ਜਿਵੇਂ ਉਹ ਅੱਗ ਬਾਲ ਕਰਕੇ ਕਿਸੇ ਨੇ ਕੰਧਾਂ ਕੋਲੇ ਕਾਲੇ ਕੀਤੇ ਸੀ ਨਾ, ਤੇ ਕਈਆਂ ਨੇ ਫਿਰ ਪਾਨ ਸੁਪਾਰੀ ਖਾਦੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਚੌਥੇ ਪਾਤਸ਼ਾਹੀ ਦਾ ਬਚਨ ਹੈ। ਕਿਸੇ ਨੇ ਪਾਨ ਚੱਬਣ ਰੂਪੀ, ਬੀੜੀਆਂ ਪੀਣ ਰੂਪੀ, ਤੰਬਾਕੂ ਖਾਣ ਰੂਪੀ ਉਹ ਧੂਆਂ ਚਾੜ ਚਾੜ ਕੇ ਤੇ ਇਹ ਘਰ ਦੇ ਕੰਧਾਂ ਕੋਲੇ ਹੀ ਕਾਲੇ ਕਰ ਦਿੱਤੇ। ਸਰੀਰ ਰੂਪੀ ਘਰ ਦੇ, ਹਿਰਦੇ ਰੂਪੀ ਘਰ ਦੇ ਕੰਧਾਂ ਕੋਲੇ ਕਾਲੇ ਕਰ ਦਿੱਤੇ। ਤੋ ਇਸੇ ਤਰ੍ਹਾਂ ਕਿਸੇ ਨੇ ਨਾ ਦਰਵਾਜ਼ੇ ਸਾਫ਼ ਰੱਖੇ, ਨਾ ਬਾਰੀਆਂ ਟੁੱਟ ਗਈਆਂ, ਉਹਨਾਂ ਦਾ ਵੀ ਧਿਆਨ ਨਾ ਰੱਖਿਆ, ਤਾਂ ਕਿਸੇ ਨੇ ਕੇਸਾਂ ਦੀ ਬੇਅਦਬੀ ਕਰ ਦਿੱਤੀ, ਉਹ ਦਰਵਾਜ਼ੇ ਬੂਹੇ ਹੀ ਸਾਰੇ ਤੋੜ ਕੇ ਰੱਖ ਦਿੱਤੇ। ਇਸੇ ਤਰੀਕੇ ਨਾਲ ਕਿਸੇ ਨੇ ਪਸ਼ੂ ਬੰਨ ਕਰਕੇ ਗੰਦਗੀ ਖਿਲਾਰ ਦਿੱਤੀ ਸੀ। ਕਿਸੇ ਨੇ ਵਿਕਾਰਾ ਰੂਪੀ ਪਸ਼ੂ ਹੀ ਬੰਨ ਲਿਆ ਆਪਣੇ ਇਸ ਹਿਰਦੇ ਰੂਪੀ ਘਰ ਦੇ ਵਿੱਚ, ਸਰੀਰ ਰੂਪੀ ਘਰ ਦੇ ਵਿੱਚ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਿਆ, ਚੁਗਲੀ ਦਾ ਹੀ ਨਿਵਾਸ ਇਹਦੇ ਵਿੱਚ ਰੱਖ ਲਿਆ, ਉਹਦੇ ਵਿੱਚ ਹੀ ਪਰਚ ਗਿਆ। ਜਦੋਂ ਪਰਮੇਸ਼ਰ ਆਏ, ਆਖਿਆ ਤੁਹਾਨੂੰ ਤਾਂ ਇਹ ਦਿੱਤਾ ਸੀ ਵੀ ਆਪਣੇ ਘਰ ਨੂੰ ਸਵਾਰ ਕੇ ਰੱਖਿਓ, ਸਾਫ਼ ਸਫਾਈ ਰੱਖਿਓ, ਇਹਦੇ ਵਿੱਚ ਮੇਰਾ ਵਸਣਾ ਹੋਣਾ ਹੈ, ਇਹਦੇ ਵਿੱਚ ਮੈਂ ਵਸਾਂਗਾ। ਤੁਸੀਂ ਤਾਂ ਕੋਈ ਇਹਦੀ ਸਫਾਈ ਨਹੀਂ ਕੀਤੀ, ਨਾ ਬਾਹਰੋਂ ਨਾ ਅੰਦਰੋਂ। ਤਨ ਵੀ ਮੈਲਾ, ਮਨ ਵੀ ਮੈਲਾ, ਇਸ ਕਰਕੇ ਫਿਰ ਸਜ਼ਾ ਦੇ ਦਿੱਤੀ ਵੀ ਨਰਕਾਂ ਨੂੰ ਜਾਓ। 84 ਲੱਖ ਜੂਨਾਂ ਦੀ ਜੇਲ੍ਹ ਵਿੱਚ ਪਾ ਦਿਓ ਇਹਨਾਂ ਨੂੰ। ਜਮਦੂਤਾਂ ਰੂਪੀ ਸਿਪਾਹੀਆਂ ਨੂੰ ਕਹਿ ਦਿੱਤਾ ਇਹਨਾਂ ਨੂੰ ਫੜ ਫੜ ਕੇ ਧਰਮ ਰਾਜਾ ਦੇ ਪੇਸ਼ ਕਰੋ। ਫਿਰ ਫੜ ਕੇ ਲੈ ਗਏ ਜਮਦੂਤ, ਧਰਮ ਰਾਜਾ ਦੀ ਕਚਹਿਰੀ 'ਚ ਪੇਸ਼ ਕਰ ਦਿੱਤਾ। ਫਿਰ ਆਏ ਆਏ ਕਰਦੇ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਪਾਪੀ ਕਰਮ ਕਮਾਵਦੇ, ਕਰਦੇ ਹਾਏ ਹਾਏ। ਨਾਨਕ ਜਿਉ ਮਥਨ ਮਾਧਾਣੀਆਂ, ਤਿਉ ਮਥੇ ਧਰਮ ਰਾਏ। ਤਾਂ ਰਾਜਾ ਸਾਰਿਆਂ ਨੂੰ ਵੇਖਦਾ ਵੇਖਦਾ ਉੱਥੇ ਆਇਆ ਜਿਸ ਗੁਰਮੁਖ ਨੇ ਆਪਣੇ ਤਨ ਨੂੰ ਵੀ ਸਵਾਰਿਆ ਹੋਇਆ, ਆਪਣੇ ਮਨ ਨੂੰ ਵੀ ਸਵਾਰਿਆ ਹੋਇਆ। ਬਾਹਰੋਂ ਵੀ ਸਫਾਈ ਹੈ ਤੇ ਅੰਦਰੋਂ ਹਿਰਦੇ ਘਰ ਦੀ ਵੀ ਸਫਾਈ ਹੈ। ਉਸਨੇ ਪ੍ਰਭੂ ਦੇ ਪਿਆਰ ਦੇ ਵਿੱਚ
ਸ਼ਬਦ ਨਾਲ ਜੁੜ ਕਰਕੇ, ਵਿਚਾਰ ਨਾਲ ਜੁੜ ਕਰਕੇ, ਨਾਮ ਨਾਲ ਜੁੜ ਕਰਕੇ ਹਿਰਦੇ ਦੀ ਵੀ ਸਫਾਈ ਰੱਖੀ ਹੋਈ ਹੈ। ਬਾਹਰੋਂ ਵੀ ਸਾਬਤ ਸੂਰਤ ਦਸਤਾਰ ਸਿਰਾ ਹੈ, ਬਾਹਰੋਂ ਵੀ ਸਵਾਰਿਆ ਹੋਇਆ, ਰੋਜ਼ ਇਸ਼ਨਾਨ ਕਰਕੇ ਤੇ ਨਾਮ ਨਾਲ ਵੀ ਜੁੜਦਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਜਿਸ ਵੇਲੇ ਪ੍ਰਭੂ ਜੀ ਆਏ, ਇਹ ਘਰ ਬੜਾ ਚੰਗਾ ਲੱਗਾ, ਆਖਿਆ ਹੁਣ ਇਸ ਹਿਰਦੇ ਦੀ ਸੇਜਾ ਤੇ ਮੇਰਾ ਵਾਸਾ ਹੋਵੇਗਾ। ਗੁਰਮੁਖਾ ਤੂੰ ਰੋਜ਼ ਸਵਾਰਦਾ ਰਿਹਾ ਹੈ? ਹਾਂ ਮਹਾਰਾਜ, ਮੈਂ ਤਾਂ ਰੋਜ਼ ਉਡੀਕ ਵਿੱਚ ਰਿਹਾ, ਮੈਂ ਤਾਂ ਰੋਜ਼ ਆਪ ਜੀ ਦੀ ਯਾਦ ਵਿੱਚ ਹੀ ਜੁੜਿਆ ਰਿਹਾ ਵੀ ਹੁਣੇ ਆਉਂਦੇ ਆ ਪਰਮੇਸ਼ਰ ਰਾਜਾ ਜੀ, ਹੁਣੇ ਆਉਂਦੇ ਆ, ਜ਼ਰੂਰ ਆਉਣਗੇ। ਉਹਨਾਂ ਨੇ ਬਚਨ ਕੀਤਾ ਜ਼ਰੂਰ ਪ੍ਰਾਪਤ ਹੋਣਗੇ, ਦੇਰੀ ਹੋ ਸਕਦੀ ਹੈ ਪਰ ਆਉਣਗੇ ਜ਼ਰੂਰ। ਮੈਂ ਰੋਜ਼ ਮਹਾਰਾਜ ਆਪ ਜੀ ਦੇ ਧਿਆਨ ਵਿੱਚ ਹੀ ਰਿਹਾ ਹਾਂ, ਮੈਂ ਰੋਜ਼ ਸਫਾਈ ਰੱਖਦਾ ਰਿਹਾ ਹਾਂ, ਰੋਜ਼ ਝਾੜੂ ਦਿੰਦਾ ਰਿਹਾ ਹਾਂ, ਰੋਜ਼ ਸ਼ਬਦ ਨਾਲ ਜੁੜ ਕਰਕੇ ਇਹ ਹਿਰਦੇ ਦੀ ਗੰਦਗੀ ਨੂੰ ਹੂੰਜ ਕੇ, ਕੂੜੇ ਕਰਕਟ ਨੂੰ, ਝੂਠ ਨਿੰਦਿਆ ਚੁਗਲੀ ਨੂੰ ਦੂਰ ਕਰਦਾ ਰਿਹਾ। ਮਹਾਰਾਜ ਸਾਹਿਬ ਆਪ ਜੀ ਦੇ ਪਿਆਰ ਦੇ ਵਿੱਚ ਉਡੀਕ ਕਰਦਾ ਰਿਹਾ। ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕਣੇ, ਕਬਹੂ ਕੇ ਸੁਣੈ ਪੁਕਾਰ। ਮਹਾਰਾਜ ਮੈਂ ਤਾਂ ਕੂਕਦਾ ਰਿਹਾ, ਪੁਕਾਰਾ ਕਰਦਾ ਰਿਹਾ ਵੀ ਕਦੇ ਤਾਂ ਆਉਣਗੇ ਹੀ ਨਾ, ਕਦੇ ਤੇ ਪੁਕਾਰ ਸੁਣੀ ਜਾਵੇਗੀ। ਤੇ ਆਪ ਜੀ ਨੇ ਬੜੀ ਕਿਰਪਾ ਕੀਤੀ, ਦਰਸ਼ਨ ਦਿੱਤੇ। ਕਹਿਣ ਲੱਗੇ ਗੁਰਮੁਖਾ ਤੇਰਾ ਹਿਰਦਾ ਜਿਹੜਾ ਹੈ ਇਹ ਸਾਡੀ ਹੁਣ ਸੇਜਾ ਬਣੇਗਾ, ਤੇਰੇ ਹਿਰਦੇ ਤੇ ਹੋਵੇਗਾ ਸਾਡਾ ਨਿਵਾਸ, ਤੇ ਤੂੰ ਹੁਣ ਸਾਡੇ ਮਹਿਲ ਦਾ ਮਾਲਕ ਬਣੇਗਾ। ਤੈਨੂੰ ਅਸੀਂ ਆਪਣਾ ਦਰਬਾਰ ਦਿੱਤਾ, ਤੂੰ ਸਾਡੇ ਦਰਬਾਰ ਵਿੱਚ ਸੱਚਖੰਡ ਵਿੱਚ ਵਾਸਾ ਕਰ, ਤੂੰ ਸਾਡੇ ਵਿੱਚ ਮਹਿਲ ਵਿੱਚ ਵਸ, ਤੇ ਅਸੀਂ ਹੁਣ ਤੇਰੇ ਹਿਰਦੇ ਘਰ ਵਿੱਚ ਵਸਦੇ ਹਾਂ। ਤੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਭਾਈ ਪ੍ਰਭੂ ਦੇ ਪਿਆਰੇ ਜਿਹੜੇ, ਉਹਨਾਂ ਦੇ ਮਨ ਵਿੱਚ ਚਾਅ ਬਣਦਾ ਹੈ, ਉਤਸ਼ਾਹ ਉਸ ਵੇਲੇ ਹੁੰਦਾ ਹੈ ਜਿਸ ਵੇਲੇ ਵਾਹਿਗੁਰੂ ਜੀ ਦੇ ਆਗਮਨ ਦੀ ਖਬਰ ਸੁਣਦੇ ਹਨ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਮਨ ਵਿੱਚ ਚਾਅ ਉਤਸ਼ਾਹ ਪੈਦਾ ਹੋਇਆ ਜਿਸ ਵੇਲੇ ਪ੍ਰਭੂ ਦਾ ਆਉਣਾ ਸੁਣਿਆ ਹੈ। ਆਗੇ ਮੰਗਲ ਗਾਓ ਸਖੀ, ਇਸ ਕਰਕੇ ਉਹ ਗੁਰਮੁਖਾਂ ਰੂਪੀ ਸਖੀਆਂ ਨਾਲ ਮਿਲ ਕਰਕੇ ਇਹ ਗੱਲ ਕਹਿੰਦੇ ਆ ਵੀ ਹਰੀ ਦੇ ਮੰਗਲ ਹੈ ਸਖੀਓ ਸਹੇਲਿਓ, ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੇ ਖੁਸ਼ੀ ਦੇ ਗੀਤ ਗਾਉਣਾ ਕਰੀਏ। ਗ੍ਰਹਿ ਮੰਦਰ ਬਣਿਆ, ਗ੍ਰਹਿ ਜੋ ਘਰ ਹੈ ਇਹ ਮੰਦਰ ਬਣ ਗਿਆ ਹੈ। ਮੰਦਰ ਨਾਮ ਹੈ ਪਰਮੇਸ਼ਰ ਵਾਹਿਗੁਰੂ ਜੀ ਦਾ ਜਿੱਥੇ ਵਾਸਾ ਹੈ, ਮੰਦਰ ਉਸ ਨੂੰ ਕਿਹਾ ਜਾਂਦਾ ਹੈ, ਧਰਮ ਮੰਦਰ। ਤਾਂ ਇਹ ਹਿਰਦਾ ਰੂਪੀ ਘਰ ਇਹ ਮੰਦਰ ਹੀ ਬਣ ਗਿਆ ਹੈ, ਵਾਹਿਗੁਰੂ ਜੀ ਦਾ ਨਿਵਾਸ ਸਥਾਨ ਬਣ ਗਿਆ ਹੈ, ਪ੍ਰਤੱਖ ਘਰ ਮੰਦਰ ਬਣ ਗਿਆ ਹੈ। ਹੁਣ ਗੁਰਮੁਖੋ ਸਖੀਓ ਪ੍ਰਭੂ ਦੇ ਮੰਗਲਾਚਾਰ ਗਾਈਏ, ਵਾਹਿਗੁਰੂ ਜੀ ਦੇ ਖੁਸ਼ੀ ਦੇ ਗੀਤ ਗਾਈਏ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰਸਿੱਖੋ ਤੁਹਾਡਾ ਘਰ ਮੰਦਰ ਬਣਨਾ ਚਾਹੀਦਾ ਹੈ। ਜਿਹੜਾ ਪ੍ਰਤੱਖ ਘਰ ਹੈ ਗੁਰਸਿੱਖ, ਅਸੀਂ ਗੁਰੂ ਕੇ ਦਰਬਾਰ ਦੇ ਵਿੱਚ ਇਸ ਕਰਕੇ ਆਉਂਦੇ ਹਾਂ, ਗੁਰੂ ਕੇ ਦਰਬਾਰ ਨੂੰ ਵੀ ਹਰਮੰਦਰ ਆਖਿਆ ਹੈ, ਜਿਵੇਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ। ਹਰਮੰਦਰ ਦਾ ਅਰਥ ਹੈ ਹਰੀ ਦਾ ਮੰਦਰ, ਰੱਬ ਦਾ ਘਰ, ਪਰਮੇਸ਼ਰ ਦਾ ਘਰ, ਵਾਹਿਗੁਰੂ ਦਾ ਘਰ। ਵਾਹਿਗੁਰੂ ਦੇ ਘਰ ਦਾ ਨਾਮ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ। ਗੁਰੂ ਕੇ ਦਰਬਾਰ ਨੂੰ ਹਰਮੰਦਰ ਆਖਿਆ ਜਾਂਦਾ ਹੈ। ਇਹ ਹਰੀ ਦਾ ਮੰਦਰ ਹੈ, ਤੇ ਹਰੀ ਦੇ ਮੰਦਰ ਵਿੱਚ ਗੁਰਦੁਆਰਾ ਸਾਹਿਬ ਵਿੱਚ ਅਸੀਂ ਇਸ ਕਰਕੇ ਆਉਂਦੇ ਹਾਂ ਕਿ ਅਸੀਂ ਸਿੱਖਿਆ ਲੈ ਕਰਕੇ ਆਪਣੇ ਘਰ ਨੂੰ ਵੀ ਮੰਦਰ ਬਣਾਉਣਾ ਹੈ। ਜਿਸ ਘਰ ਦੇ ਵਿੱਚ ਅਸੀਂ 5-7 ਮੈਂਬਰ ਰਹਿੰਦੇ ਹਾਂ, ਪਰਿਵਾਰ ਦੇ ਜੀ ਰਹਿੰਦੇ ਹਾਂ, ਉਸ ਘਰ ਨੂੰ ਵੀ ਮੰਦਰ ਬਣਾਉਣਾ। ਤੇ ਆ ਜਿਹੜਾ ਸਰੀਰ ਦਿੱਤਾ ਸਤਿਗੁਰੂ ਜੀ ਨੇ ਸਾਨੂੰ ਮਨੁੱਖਾ ਸਰੀਰ, ਇਸ ਨੂੰ ਵੀ ਮੰਦਰ ਬਣਾਉਣਾ, ਇਹ ਵੀ ਮੰਦਰ ਬਣੇ। ਉਂਝ ਗੁਰਬਾਣੀ ਦੇ ਵਿੱਚ ਸਾਡੀ ਦੇਹ ਨੂੰ, ਸਾਡੇ ਸਰੀਰ ਨੂੰ ਅਨੇਕ ਵਾਰੀ ਮਹਾਰਾਜ ਸਾਹਿਬ ਜੀ ਨੇ ਹਰਮੰਦਰ ਆਖਿਆ। ਹਰਮੰਦਰ ਇਹੋ ਸਰੀਰ ਹੈ, ਆਖਿਆ ਇਹ ਸਰੀਰ ਹਰਮੰਦਰ ਹੈ, ਤੂੰ ਭੁੱਲ ਗਿਆ ਹੈ ਭਾਈ। ਤੇ ਇਸ ਨੂੰ ਚੇਤੇ ਕਰਨ ਵਾਸਤੇ ਗੁਰੂ ਕੇ ਮੰਦਰ ਵਿੱਚ, ਗੁਰੂ ਕੇ ਦਰਬਾਰ ਵਿੱਚ ਅਸੀਂ ਆਉਂਦੇ ਹਾਂ ਵੀ ਇੱਥੇ ਆ ਕੇ ਸਾਨੂੰ ਪਤਾ ਲੱਗੇ ਵੀ ਸਾਡਾ ਘਰ ਵੀ ਹਰਮੰਦਰ ਬਣੇ। ਘਰ ਕਦੋਂ ਮੰਦਰ ਬਣੇਗਾ?
ਜਦੋਂ ਘਰ ਵਿੱਚ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹੀ ਜਾਵੇਗੀ। ਜਦੋਂ ਘਰ ਦੇ ਵਿੱਚੋਂ ਗੁਰੂ ਕੇ ਦਰਬਾਰ ਵਿੱਚੋਂ ਅੰਮ੍ਰਿਤ ਵੇਲੇ ਕਿਹੜੀ ਆਵਾਜ਼ ਆਉਂਦੀ ਹੈ? ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਹੈ ਗੁਰਦੁਆਰੇ ਸਾਹਿਬ ਦੇ ਵਿੱਚੋਂ। ਅੰਮ੍ਰਿਤ ਵੇਲੇ ਜਾਪ ਸਾਹਿਬ ਦੀ ਆਵਾਜ਼ ਆਉਂਦੀ ਹੈ ਗੁਰੂ ਕੇ ਦਰਬਾਰ ਦੇ ਅੰਦਰੋਂ। ਸਵਈਆਂ ਦੀ ਆਵਾਜ਼ ਆਉਂਦੀ ਹੈ, ਚੌਪਈ ਸਾਹਿਬ ਦੀ ਆਵਾਜ਼ ਆਉਂਦੀ ਹੈ ਤੇ ਸ੍ਰੀ ਆਨੰਦ ਸਾਹਿਬ ਦੀ ਆਵਾਜ਼ ਆਉਂਦੀ ਹੈ। ਫਿਰ ਅੰਮ੍ਰਿਤ ਵੇਲੇ ਗੁਰੂ ਕੇ ਦਰਬਾਰਾਂ ਵਿੱਚੋਂ ਆਸਾ ਕੇ ਵਾਰ ਦੇ ਕੀਰਤਨ ਦੀ ਧੁਨੀ ਸਾਡੇ ਕੰਨਾਂ ਵਿੱਚ ਪੈਂਦੀ ਹੈ। ਫਿਰ ਗੁਰੂ ਕੇ ਸ਼ਬਦ ਦੀ ਵਿਚਾਰ ਹੁੰਦੀ ਹੈ ਗੁਰੂ ਕੇ ਦਰਬਾਰ ਦੇ ਅੰਦਰ। ਇਹ ਗੁਰੂ ਦੇ ਦਰਬਾਰ ਦੀ ਮਰਿਆਦਾ ਹੈ। ਤੇ ਇਹੋ ਕੁਝ ਸਾਡੇ ਘਰ ਦੇ ਵਿੱਚ ਹੋਵੇ। ਅੰਮ੍ਰਿਤ ਵੇਲੇ ਘਰ ਦੇ ਵਿੱਚ ਗੁਰਸਿੱਖ ਉੱਠ ਕੇ ਇਸ਼ਨਾਨ ਕਰਕੇ ਪਰਿਵਾਰ ਦੇ ਜੀਵ ਪੰਜ ਬਾਣੀਆਂ ਦਾ ਨਿਤਨੇਮ ਕਰਨ, ਸੁਖਮਨੀ ਸਾਹਿਬ ਦਾ ਪਾਠ ਕਰਨ, ਆਸਾ ਕੀ ਵਾਰ ਦਾ ਪਾਠ ਕਰਨ, ਗੁਰ ਮੰਤਰ ਤੇ ਮੂਲ ਮੰਤਰ ਦਾ ਜਾਪ ਕਰਨ ਤੇ ਉਹ ਘਰ ਮੰਦਰ ਬਣੇਗਾ। ਘਰ ਮੰਦਰ ਇਹ ਤਾਂ ਗੁਰਸਿੱਖ, ਇਹ ਤਾਂ ਸਾਡੇ ਜੀਵਾਂ ਦੇ ਵੀ ਕੁਝ ਮਹਾਰਾਜ ਨੇ ਇਖਤਿਆਰ ਕੀਤਾ ਹੈ ਨਾ, ਕੁਝ ਵਸ ਕੀਤਾ। ਸਤਿਗੁਰੂ ਕਹਿੰਦੇ ਭਾਈ ਠੀਕ ਹੈ ਤੂੰ ਅਰਦਾਸ ਕਰਨੀ ਹੈ, ਕੁਝ ਅਸੀਂ ਵੀ ਤੇਰੀ ਮਦਦ ਕਰਨੀ ਹੈ ਤੇ ਕੁਝ ਤੈਨੂੰ ਕਰਨ ਵਾਸਤੇ ਵੀ ਅਸੀਂ ਕਹਿਣਾ, ਤੂੰ ਵੀ ਕੁਝ ਕਰ। ਜਿੱਥੇ ਬਚਨ ਆਉਂਦਾ ਹੈ ਨਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਜੇ ਸਤਿਗੁਰੂ ਕਰੋੜਾ ਕਦਮ ਅੱਗੋਂ ਹੋ ਕੇ ਲੈਂਦੇ ਆ ਤੇ ਸਿੱਖ ਨੂੰ ਵੀ ਇੱਕ ਕਦਮ ਤੇ ਪੁੱਟਣਾ ਹੀ ਪੈਣਾ, ਸਿੱਖ ਨੂੰ ਵੀ ਚੱਲਣਾ ਪੈਣਾ। ਇਸ ਕਰਕੇ ਜਿੱਥੇ ਗੁਰੂ ਸਾਹਿਬ ਜੀ ਨੇ ਸਹਾਇਤਾ ਕਰਨੀ ਹੈ, ਗੁਰੂ ਸਾਹਿਬ ਦੀ ਮਦਦ ਦੀ ਲੋੜ ਆ, ਪਰ ਉੱਥੇ ਸਿੱਖ ਨੂੰ ਕੁਝ ਕਰਨ ਵਾਸਤੇ ਵੀ ਕਹਿੰਦੇ। ਮਹਾਰਾਜੇ ਵੀ ਕਹਿੰਦੇ ਵੀ ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਭਾਈ ਜਦੋਂ ਸੰਸਾਰੀ ਕੰਮ ਕਰਨੇ ਹੁੰਦੇ ਆ ਉਦੋਂ ਤੂੰ ਆਪ ਕਰਦਾ ਹੈ, ਜਦੋਂ ਧਰਮ ਦੀ ਗੱਲ ਆਉਂਦੀ ਹੈ ਫਿਰ ਕਹਿੰਦਾ ਕੋਈ ਨਹੀਂ ਆਪੇ ਗੁਰੂ ਕਰਵਾ ਲਵੇਗਾ। ਸੰਸਾਰੀ ਕੰਮ ਕਰਨੇ ਆ ਤੇ ਉਸ ਵੇਲੇ ਤੂੰ ਭੱਜ ਭੱਜ ਕੇ ਕਰਦਾ ਹੈ, ਸਾਰੀ ਦਿਹਾੜੀ ਧੰਦਾ ਕਰਨਾ ਹੈ ਤੇ ਭੱਜ ਭੱਜ ਕੇ ਕਰਦਾ ਹੈ। ਜਿਸ ਵੇਲੇ ਨਿਤਨੇਮ ਕਰਨ ਦੀ ਗੱਲ ਆਉਂਦੀ ਕਹਿੰਦਾ ਗੁਰੂ ਕਿਰਪਾ ਕਰੇਗਾ ਤੇ ਫਿਰ ਹੋਵੇਗਾ। ਗੁਰੂ ਨੇ ਕਿਰਪਾ ਕੀਤੀ ਹੈ, ਤੈਨੂੰ ਮਨੁੱਖਾ ਸਰੀਰ ਦਿੱਤਾ ਹੈ, ਗੁਰੂ ਨੇ ਕਿਰਪਾ ਕੀਤੀ ਹੈ, ਤੈਨੂੰ ਦਿਮਾਗ ਦਿੱਤਾ ਹੈ, ਅਕਲ ਦਿੱਤੀ ਹੈ, ਸੋਝੀ ਦਿੱਤੀ ਹੈ। ਗੁਰੂ ਨੇ ਕਿਰਪਾ ਕੀਤੀ ਹੈ, ਤੇਰੇ ਹੱਥ ਚੱਲਦੇ ਆ, ਪੈਰ ਚੱਲਦੇ ਆ, ਤੇਰੀ ਰਸਨਾ ਚੱਲਦੀ ਆ, ਅੱਖਾਂ ਤੋਂ ਵੇਖਦਾ, ਕੰਨ ਸੁਣਦੇ ਆ, ਜੀਭ ਬੋਲਦੀ ਹੈ। ਗੁਰੂ ਦੀ ਕਿਰਪਾ ਨਾਲ ਹੀ ਆ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਥੋੜਾ ਮਨੁੱਖਾ ਜਨਮ ਪ੍ਰਾਪਤ ਹੋ ਸਕਦਾ। ਸਤਿਗੁਰੂ ਤਾਂ ਵਾਰ-ਵਾਰ ਕਹਿੰਦੇ ਆ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਹਿੰਦੇ ਤੇਰੇ ਤੇ ਕਿਰਪਾ ਹੋਈ ਆ, ਇੱਕ ਤੈਨੂੰ 84 ਲੱਖ ਜੂਨਾਂ ਦਾ ਸਰਦਾਰ ਬਣਾ ਦਿੱਤਾ। ਅਵਰ ਜੂਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਤੈਨੂੰ ਬੰਦਾ ਬਣਾਇਆ। ਇਹ ਕਿਰਪਾ ਵਾ ਗੁਰੂ ਦੀ, ਪਰਮੇਸ਼ਰ ਦੀ। 84 ਲੱਖ ਜੂਨਾਂ ਵਿੱਚੋਂ ਸਾਰਿਆਂ ਤੋਂ ਸ਼੍ਰੋਮਣੀ ਤੈਨੂੰ ਇਨਸਾਨ ਬਣਾਇਆ, ਤੈਨੂੰ ਮਨੁੱਖ ਬਣਾਇਆ। ਤੋ ਇਸ ਕਰਕੇ ਕੁਝ ਮਹਾਰਾਜ ਸਾਹਿਬ ਨੇ ਸਾਨੂੰ ਸੰਸਾਰੀ ਜੀਵਾਂ ਨੂੰ ਆਖਿਆ ਵੀ ਤੁਹਾਨੂੰ ਵੀ ਭਾਈ ਕਰਨਾ ਪੈਣਾ, ਤੁਸੀਂ ਵੀ ਸੋਚਣਾ ਵਿਚਾਰਨਾ ਹੈ, ਕਰਨਾ ਹੈ ਕੁਝ। ਗੁਰੂ ਕੇ ਦਰਬਾਰ ਵਿੱਚੋਂ ਆ ਕਰਕੇ ਸਿੱਖਿਆ ਲੈਣੀ ਹੈ ਵੀ ਸਾਡਾ ਘਰ ਵੀ ਮੰਦਰ ਬਣੇ, ਸਾਡੇ ਘਰ ਦੇ ਵਿੱਚ ਵੀ ਗੁਰਬਾਣੀ ਦਾ ਪ੍ਰਵਾਹ ਚੱਲੇ। ਤੇ ਜਿਸ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਉਹ ਘਰ ਵੀ ਮੰਦਰ ਬਣ ਜਾਂਦਾ ਹੈ, ਉਹ ਘਰ ਵੀ ਪਵਿੱਤਰ ਹੋ ਜਾਂਦਾ ਹੈ। ਕਿਉਂਕਿ ਸਤਿਗੁਰੂ ਜੀ ਦੇ ਦਰਬਾਰ ਦੀ ਇਹੀ ਸਿੱਖਿਆ ਹੈ ਵੀ ਹਰੇਕ ਘਰ ਦੇ ਵਿੱਚ ਨਾਮ ਬਾਣੀ ਦਾ ਤੇ ਧਰਮ ਦਾ ਪ੍ਰਵਾਹ ਹੋਵੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਇੱਥੋਂ ਹੀ ਉਦਾਸੀਆਂ ਕਰਕੇ ਤੇ ਸਭ ਸੰਸਾਰ ਨੂੰ ਆਖਿਆ ਵੀ ਤੁਹਾਡਾ ਘਰ ਘਰ ਧਰਮਸ਼ਾਲਾ ਹੋਣੀ ਚਾਹੀਦੀ ਹੈ। ਹਰੇਕ ਦਾ ਘਰ ਧਰਮਸ਼ਾਲਾ ਵਾਂਗੂ ਪਵਿੱਤਰ ਹੋਣਾ ਚਾਹੀਦਾ। ਹਰੇਕ ਦੇ ਘਰ ਵਿੱਚ ਨਾਮ ਬਾਣੀ ਦਾ ਪ੍ਰਵਾਹ ਚੱਲਣਾ ਚਾਹੀਦਾ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ। ਜਿਵੇਂ ਵਿਸਾਖੀ ਦਾ ਜੋੜ ਮੇਲਾ ਹੁੰਦਾ ਹੈ, ਜਿਵੇਂ ਵਿਸਾਖੀ ਦਾ ਪੁਰਬ ਮਨਾਇਆ ਜਾਂਦਾ ਹੈ, ਜਿਵੇਂ ਗੁਰੂ ਕੇ ਦਰਬਾਰਾਂ ਵਿੱਚ ਕੀਰਤਨ ਹੁੰਦਾ ਹੈ, ਇਸ ਤਰ੍ਹਾਂ ਦਾ ਪ੍ਰਵਾਹ ਹਰੇਕ ਘਰ ਘਰ ਵਿੱਚ ਹੋਣਾ ਚਾਹੀਦਾ ਗੁਰਸਿੱਖਾਂ ਦੇ। ਗੁਰੂ ਕੇ ਸਿੱਖ ਘਰ ਵਿੱਚ ਰੋਜ਼ ਬਾਣੀ ਪੜ੍ਹਨ ਤੇ ਉੱਥੇ ਮੰਦਰ ਬਣ ਜਾਵੇਗਾ। ਜਿੱਥੇ ਅੰਮ੍ਰਿਤ ਧਾਰੀ ਰਹਿੰਦੇ ਆ, ਅੰਮ੍ਰਿਤ ਵੇਲੇ ਉੱਠਦੇ ਆ, ਇਸ਼ਨਾਨ ਕਰਦੇ ਆ, ਨਾਮ ਜਪਦੇ, ਬਾਣੀ ਪੜ੍ਹਦੇ ਆ, ਉਹ ਘਰ ਗੁਰਦੁਆਰੇ ਵਰਗਾ ਬਣ ਜਾਵੇਗਾ। ਹਾਂ, ਗੁਰਦੁਆਰੇ ਦੀ ਮਹਾਨਤਾ ਤੇ ਹੈ ਹੀ, ਉਹ ਤਾਂ ਵੱਡਾ ਹੈ ਹੀ ਆ,
ਪਰ ਗੁਰਦੁਆਰੇ ਚੋਂ ਸਿੱਖਿਆ ਇਹ ਮਿਲਦੀ ਆ ਵੀ ਸਿੱਖਾ ਤੇਰਾ ਘਰ ਵੀ ਪਵਿੱਤਰ ਹੋਣਾ ਚਾਹੀਦਾ। ਤੇ ਜਿੱਥੇ ਸ਼ਰਾਬ ਦਾ ਪ੍ਰਵਾਹ ਚੱਲੇਗਾ, ਜਿੱਥੇ ਨਸ਼ਿਆਂ ਦਾ ਪ੍ਰਵਾਹ ਚੱਲੇਗਾ, ਜਿੱਥੇ ਵਿਸ਼ਿਆਂ ਦਾ ਪ੍ਰਵਾਹ ਚੱਲੇਗਾ, ਤੇ ਉਹ ਫਿਰ ਕੀ ਹੈ? ਉੱਥੇ ਭਗਤ ਕਬੀਰ ਸਾਹਿਬ ਜੀ ਨੇ ਆਖਿਆ ਉਹ ਘਰ ਤੇ ਫਿਰ ਮੜੀਆਂ ਦੇ ਤੁੱਲ ਬਣ ਜਾਵੇਗਾ। ਹੈ ਉਹ ਵੀ ਘਰ ਹੀ। ਭਗਤ ਕਬੀਰ ਸਾਹਿਬ ਦਾ ਬਚਨ, ਕਬੀਰ ਜਹ ਘਰ ਸਾਧਨਾ ਸੇਵੀਆ ਹੈ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ ਭੂਤ ਬਸਹਿ ਦਿਨ ਮਾਹੇ। ਕਹਿੰਦੇ ਜਿੱਥੇ ਨਾਮ ਭੁੱਲ ਗਿਆ, ਬਾਣੀ ਭੁੱਲ ਗਈ, ਸੰਗਤ ਹੋਣੀ ਬੰਦ ਹੋ ਗਈ, ਉਹ ਘਰ ਮੜੀਆਂ ਦੇ ਤੁੱਲ ਬਣ ਜਾਂਦਾ, ਸ਼ਮਸ਼ਾਨ ਘਾਟ ਦੇ ਤੁੱਲ, ਤੇ ਘਰ ਵਿੱਚ ਰਹਿਣ ਵਾਲੇ ਭੂਤਨਿਆਂ ਦੇ ਤੁੱਲ ਬਣ ਜਾਂਦੇ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਤਾਂ ਇਹ ਤਾਂ ਸਿੱਖ ਨੇ ਵਿਚਾਰਨਾ ਹੈ ਕਿ ਮੈਂ ਗੁਰਦੁਆਰਿਓਂ ਸਿੱਖਿਆ ਲੈ ਕਰਕੇ ਆਪਣੇ ਘਰ ਨੂੰ ਵੀ ਧਾਰਮਿਕ ਬਣਾਉਣਾ ਹੈ, ਆਪਣੇ ਘਰ ਨੂੰ ਵੀ ਪਵਿੱਤਰ ਬਣਾਉਣਾ ਹੈ, ਆਪਣੇ ਘਰ ਨੂੰ ਵੀ ਇੱਕ ਮੰਦਿਰ ਦੀ ਤਰ੍ਹਾਂ ਬਣਾਉਣਾ ਹੈ, ਤੇ ਆਪਣੇ ਸਰੀਰ ਨੂੰ ਵੀ ਇੱਕ ਮੰਦਿਰ ਦੀ ਤਰ੍ਹਾਂ ਬਣਾਉਣਾ ਹੈ। ਤੇ ਕਿਤੇ ਉਲਟਾ ਐਸਾ ਤਾਂ ਨਹੀਂ ਵੀ ਘਰ ਨੂੰ ਪਵਿੱਤਰ ਕਰਨ ਦੀ ਬਜਾਏ, ਘਰ ਨੂੰ ਮੰਦਿਰ ਦੀ ਬਣਾਉਣ ਦੀ ਬਜਾਏ ਵੀ ਸਿੱਖ ਇਸ ਤਰ੍ਹਾਂ ਹੀ ਸੋਚਣ ਲੱਗ ਪਏ ਵੀ ਜਿਸ ਤਰ੍ਹਾਂ ਦਾ ਮੈਂ ਆ, ਮੈਂ ਆਪਣੇ ਵਰਗਾ ਗੁਰਦੁਆਰੇ ਨੂੰ ਵੀ ਬਣਾ ਦੇਵਾਂ, ਉਲਟਾ ਮੈਂ ਗੁਰਦੁਆਰੇ ਨੂੰ ਹੀ ਘਰ ਬਣਾ ਦੇਵਾਂ। ਕਈ ਵਾਰੀ ਐਸਾ ਵੀ ਹੋ ਜਾਂਦਾ ਹੈ ਕਿ ਜੋ ਕੁਝ ਬੰਦਾ ਕਰਦਾ ਹੈ ਘਰੇ ਕਰਦਾ, ਉਹ ਕੁਝ ਆ ਕਰਕੇ ਗੁਰਦੁਆਰੇ ਵੀ ਕਰਨ ਲੱਗ ਪੈਂਦਾ ਹੈ। ਜੋ ਗੱਲਾਂ ਬਾਤਾਂ, ਜੋ ਝੂਠ ਨਿੰਦਿਆ ਚੁਗਲੀ, ਜੋ ਹੋਰ ਗੱਲਾਂ ਸੰਸਾਰੀ, ਉਹ ਤਾਂ ਆਪਣੇ ਘਰ ਵਿੱਚੋਂ ਵੀ ਛੱਡਣੀਆਂ ਸੀ, ਤੇ ਕਈ ਵਾਰੀ ਗੁਰਦੁਆਰੇ ਆ ਕੇ ਵੀ ਉਹ ਕੁਝ ਕਰਨ ਲੱਗ ਪੈਂਦਾ ਹੈ। ਇਸ ਨੂੰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ ਵੀ ਬੰਦਾ ਤੀਰਥ ਤੇ ਆਇਆ ਸੀ ਪਵਿੱਤਰ ਹੋਣ ਵਾਸਤੇ, ਇਸ਼ਨਾਨ ਕਰਨ ਵਾਸਤੇ, ਮਨ ਵਿੱਚ ਖੁਟਿਆਈ ਸੀ, ਇੱਥੇ ਆ ਕੇ ਵੀ ਖੋਟੇ ਕੰਮ ਕਰਨ ਲੱਗ ਪਿਆ, ਸਗੋਂ ਇੱਕ ਪਾਪ ਲਾਉਣ ਵਾਸਤੇ ਆਇਆ ਸੀ ਤੇ ਹੋਰ ਦੁੱਗਣੇ ਚੜਾ ਕੇ ਗਿਆ। ਨਾਵਣ ਚੱਲੇ ਤੀਰਥੇ, ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਦਿਆ, ਦੋਏ ਭਾ ਚੜੀਅਸ ਹੋਰ, ਬਾਹਰ ਧੋਤੀ ਤੁਮੜੀ, ਅੰਦਰ ਵੇਸਨ ਕੋਰ, ਸਾਧ ਭਲੇ ਅਣ ਨਾਦਿਆ, ਚੋਰ ਸੇ ਚੋਰਾ ਚੋਰ। ਤੋ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਆ ਕਿ ਜਿਸ ਵੇਲੇ ਪ੍ਰਭੂ ਦਾ ਆਗਮਨ ਸੁਣਿਆ, ਪ੍ਰਭੂ ਦੇ ਪਿਆਰੇ ਨੇ ਮਨ ਵਿੱਚ ਚਾਅ ਉਤਸ਼ਾਹ ਪੈਦਾ ਹੋਇਆ, ਤੇ ਉਸ ਵੇਲੇ ਫਿਰ ਸਖੀਆਂ ਸਹੇਲੀਆਂ ਦੇ ਨਾਲ ਮਿਲ ਕਰਕੇ ਇਹ ਬੇਨਤੀ ਕੀਤੀ ਜਾਂਦੀ ਹੈ, ਹਰ ਮੰਗਲ ਗਾਓ ਸਖੀ, ਇਹ ਸਖੀ ਹਰੀ ਦੇ ਮੰਗਲ ਗਾਉਣਾ ਕਰੋ, ਹਰੀ ਦੀ ਪ੍ਰਾਪਤੀ ਖੁਸ਼ੀ ਦੇ ਗੀਤ ਗਾਉਣਾ ਕਰੋ। ਗ੍ਰਹਿਓ ਮੰਦਰ ਬਣਿਆ, ਕਿਉਂਕਿ ਮੇਰਾ ਪ੍ਰਤੱਖ ਘਰ ਮੰਦਰ ਬਣ ਗਿਆ, ਜਿੱਥੇ ਮੈਂ ਰਹਿਣਾ ਹਾਂ ਉਹ ਪ੍ਰਤੱਖ ਘਰ ਪਵਿੱਤਰ ਮੰਦਰ ਬਣ ਗਿਆ ਹੈ, ਅਥਵਾ ਹਿਰਦੇ ਰੂਪੀ ਘਰ ਮੰਦਰ ਬਣ ਗਿਆ। ਤੇ ਸਖੀ ਦਾ ਅਰਥ ਜਿੰਦ ਵੀ ਕੀਤਾ ਕਈਆਂ ਗੁਰਮੁਖਾਂ ਨੇ, ਤੇ ਉਸ ਵੇਲੇ ਇਹ ਜਿੰਦ ਨੂੰ ਆਖਿਆ ਜਾਂਦਾ ਵੀ ਇਹ ਜਿੰਦੇ ਸਖੀਏ ਹਰੀ ਦੇ ਮੰਗਲ ਗਾ, ਪ੍ਰਭੂ ਦੇ ਗੀਤ ਗਾ, ਕਿਉਂਕਿ ਇਹ ਸਰੀਰ ਰੂਪੀ ਜਿਹੜਾ ਘਰ ਹੈ, ਹਿਰਦੇ ਰੂਪੀ ਘਰ, ਇਹ ਪਵਿੱਤਰ ਮੰਦਰ ਬਣ ਗਿਆ ਹੈ। ਇਸ ਵਿੱਚ ਹੁਣ ਪ੍ਰਭੂ ਦਾ ਆਗਮਨ ਹੋਵੇਗਾ, ਪ੍ਰਭੂ ਆ ਕਰਕੇ ਇਹਦੇ ਵਿੱਚ ਨਿਵਾਸ ਕਰੇਗਾ। ਨਿਤਾ ਪ੍ਰਤੀ ਹੈ ਜਿੰਦ ਰੂਪ ਸਖੀਏ, ਹਰੀ ਪਰਮੇਸ਼ਰ ਦੀ ਪ੍ਰਾਪਤੀ ਦੇ, ਪ੍ਰਭੂ ਦੇ ਮੰਗਲਾਚਾਰ ਗਾਉਣਾ ਕਰ, ਖੁਸ਼ੀ ਦੇ ਗੀਤ ਗਾਉਣਾ ਕਰ। ਨਾਨਕ ਭੌਜਲ ਪਾਰ ਪਰ ਜੋ ਗਾਵੇ ਪ੍ਰਭ ਕੇ ਗੀਤ, ਸੰਸਾਰ ਭੌਜਲ ਤੋਂ ਪਾਰ ਕਰਨ ਵਾਲੇ ਵਾਹਿਗੁਰੂ ਜੀ ਦੇ ਮੰਗਲ ਗੀਤ ਗਾਉਣਾ ਕਰ। ਸੋਗ ਦੁਖ ਨਾ ਵਿਆਪੇ, ਜਿਸ ਕਰਕੇ ਸੋਗ ਤੇ ਦੁੱਖ ਨਹੀਂ ਵਿਆਪਣਗੇ, ਸੋਗ ਵੀ ਦੂਰ ਹੋ ਜਾਵੇਗਾ ਤੇ ਦੁੱਖਾਂ ਦੀ ਵੀ ਨਿਵਰਤੀ ਹੋ ਜਾਵੇਗੀ, ਦੁੱਖ ਵਿੱਚ ਸੂਖ ਮਨਾਈ ਵਾਲੀ ਅਵਸਥਾ ਪ੍ਰਾਪਤ ਹੋ ਜਾਵੇਗੀ। ਗੁਰ ਚਰਨ ਲਾਗੇ ਦੇਣ ਸੁਭਾਗੇ। ਮਹਾਰਾਜ ਕਹਿੰਦੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਜਿਸ ਵੇਲੇ ਗੁਰੂ ਕੇ ਪਿਆਰ ਵਾਲੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਨਾ, ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗੇ, ਜਦੋਂ ਗੁਰੂ ਕੇ ਚਰਨਾਂ ਨਾਲ ਲੱਗੇ ਉਦੋਂ ਤੋਂ ਫਿਰ ਦਿਨ ਜਿਹੜੇ ਉਹ ਭਾਗਾਂ ਵਾਲੇ ਹੋ ਗਏ। ਗੁਰ ਚਰਨ ਲਾਗੇ ਦਿਨ ਸੁਭਾਗੇ, ਸੁਭਾਗੇ ਸ੍ਰੇਸ਼ਟ ਭਾਗਾਂ ਵਾਲੇ ਉਹ ਦਿਨ ਹੋ ਗਏ ਗੁਰੂ ਕੇ ਚਰਨਾਂ ਨਾਲ ਲੱਗਣੇ ਕਰਕੇ। ਪ੍ਰਤੱਖ ਤੌਰ ਤੇ ਵੀ ਗੁਰੂ ਕੇ ਚਰਨਾਂ ਨਾਲ ਲੱਗਣਾ, ਗੁਰੂ ਕੀ ਸਿੱਖੀ ਪ੍ਰਾਪਤ ਕਰਨੀ ਹੈ, ਗੁਰੂ ਕੇ ਚਰਨੀ ਲੱਗਣਾ ਹੈ।
ਅੰਤਰੀ ਵੀ ਗੁਰੂ ਕੇ ਸ਼ਬਦ ਨਾਲ, ਨਾਮ ਨਾਲ ਜੁੜ ਕਰਕੇ ਰਹਿਣਾ, ਗੁਰੂ ਕੇ ਚਰਨਾਂ ਨਾਲ ਲੱਗਣਾ ਹੈ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਂਧਿਓ ਪਾਲ। ਗੁਰੂ ਕੇ ਚਰਨਾਂ ਨਾਲ ਜਦੋਂ ਲੱਗੇ ਤੇ ਦਿਨ ਭਾਗਾਂ ਵਾਲੇ ਹੋ ਗਏ, ਸ੍ਰੇਸ਼ਟ ਹੋ ਗਏ। ਆਪਣਾ ਫਿਰ ਜਾਪੇ, ਆਪਣੇ ਫਿਰ ਪਤੀ ਨੂੰ ਜਾਪੇ ਜਾਣ ਲਿਆ। ਹੁਣ ਆਪਣਾ ਜੋ ਫਿਰ ਪਤੀ ਹੈ ਨਾ, ਪ੍ਰਮਾਤਮਾ ਪਤੀ ਹੈ, ਮਾਲਕ ਹੈ, ਉਸ ਨੂੰ ਜਾਣਿਆ ਹੈ। ਕਿਵੇਂ ਜਾਣਿਆ? ਗੁਰੂ ਕੇ ਚਰਨਾਂ ਨਾਲ ਲੱਗ ਕੇ ਜਾਣਿਆ। ਗੁਰੂ ਸਾਹਿਬ ਜੀ ਵਿੱਚ ਵਿਚੋਲੇ ਬਣੇ ਹਨ, ਪ੍ਰਭੂ ਪਤੀ ਨਾਲ ਮਿਲਾਉਣ ਵਾਲੇ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਹੋਏ ਵਿਚੋਲਾ ਆਣ ਮਿਲਾਵੇ। ਸਤਿਗੁਰੂ ਰੂਪੀ ਵਿਚੋਲੇ ਨੇ ਆ ਕਰਕੇ ਇਸ ਜੀਵ ਆਤਮਾ ਨੂੰ ਪਰਮ ਆਤਮਾ ਦੇ ਨਾਲ ਮਿਲਣਾ ਕੀਤਾ ਹੈ। ਅਨਹਤ ਬਾਣੀ ਗੁਰ ਸ਼ਬਦ ਜਾਣੀ। ਜਦੋਂ ਗੁਰੂ ਕੇ ਸ਼ਬਦ ਦੇ ਨਾਲ ਜੁੜੇ ਨਾ, ਗੁਰੂ ਕੇ ਸ਼ਬਦ ਦੁਆਰਾ ਫਿਰ ਅਨਹਤ ਬਾਣੀ ਨੂੰ ਜਾਣਿਆ ਹੈ। ਉਹ ਬਾਣੀ ਜਿਹੜੀ ਆਪਣੇ ਆਪ ਜਿਹਦਾ ਪ੍ਰਵਾਹ ਚੱਲਦਾ ਹੈ, ਨਾਸ ਤੋਂ ਰਹਿਤ ਬਾਣੀ, ਜਿਸ ਨੂੰ ਅਜੱਪਾ ਜਾਪ ਆਖਿਆ ਹੈ। ਇੱਕ ਜਾਪ ਉਹ ਜਿਹੜਾ ਕਰਨਾ ਪੈਂਦਾ ਹੈ, ਇੱਕ ਜਾਪ ਉਹ ਜਿਹੜਾ ਆਪਣੇ ਆਪ ਹੁੰਦਾ ਹੈ। ਹਰੇਕ ਜੀਵ ਦੇ ਅੰਦਰ ਪ੍ਰਵਾਹ ਚੱਲ ਰਿਹਾ ਹੈ, ਪ੍ਰਭੂ ਦੀ ਜੋਤ ਬਲ ਰਹੀ ਹੈ। ਵਾਹਿਗੁਰੂ ਜੀ ਦੇ ਅਨਹਤ ਬਾਣੀ ਦਾ ਪ੍ਰਵਾਹ ਹਰ ਇੱਕ ਦੇ ਅੰਦਰ ਚੱਲਦਾ ਹੈ। ਉਹੀ ਪ੍ਰਵਾਹ ਜਿਹੜਾ ਜਨਮ ਤੋਂ ਪਹਿਲਾਂ ਵੀ ਚੱਲਦਾ ਸੀ, ਜਿਸ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ ਜਨਮ ਤੋਂ ਬਾਅਦ ਉਹ ਲਿਵ ਜਿਹੜੀ ਸੀ ਉਹ ਟੁੱਟ ਗਈ, ਕਿਉਂਕਿ ਤ੍ਰਿਸ਼ਨਾ ਲੱਗ ਗਈ। ਤੇ ਜਨਮ ਤੋਂ ਪਹਿਲਾਂ ਉਹ ਪ੍ਰਵਾਹ ਚੱਲਦਾ ਸੀ। ਮਾਤਾ ਕੀ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ, ਮਨਹੁ ਕਿਉ ਵਿਸਾਰੀਐ ਵਿਡ ਦਾਤਾ। ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਵਿਡ ਦਾਤਾ, ਸੋ ਕਿਉ ਮਨਹੁ ਵਿਸਾਰੀਐ। ਉਹ ਲਿਵ ਲੱਗੀ ਹੋਈ ਸੀ, ਪਰ ਜਿਸ ਵੇਲੇ ਜਨਮ ਹੋਇਆ, ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜ ਕੇ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਦੋਂ ਮਾਇਆ ਦਾ ਅਮਰ ਵਰਤ ਗਿਆ ਤੇ ਉਹ ਲਿਵ ਜਿਹੜੀ ਸੀ ਉਹ ਫਿਰ ਟੁੱਟ ਗਈ, ਲਿਵ ਛੁੱਟ ਗਈ। ਪਰ ਉਹ ਪ੍ਰਵਾਹ ਚੱਲਦਾ ਸੀ। ਮਹਾਰਾਜ ਸਾਹਿਬ ਜੀ ਨੇ ਅਨੇਕ ਵਾਰੀ ਅੰਮ੍ਰਿਤ ਬਾਣੀ 'ਚ ਫਰਮਾਇਆ ਵੀ ਉਹ ਜਾਪ ਹੋ ਰਿਹਾ ਸੀ ਆਪਣੇ ਆਪ ਜਨਮ ਤੋਂ ਪਹਿਲਾਂ, ਭਾਵੇਂ ਪੁੱਠਾ ਲਟਕਦਾ ਸੀ ਇਹ ਗਰਭ ਦੇ ਵਿੱਚ, ਉਸ ਵੇਲੇ ਪ੍ਰਵਾਹ ਚੱਲਦਾ ਸੀ। ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਜਦੋਂ ਇਹਦਾ ਜਨਮ ਹੋ ਗਿਆ, ਇਹਨੇ ਖਸਮ ਨੂੰ ਭੁਲਾ ਦਿੱਤਾ ਤੇ ਦੁਨੀਆ ਦੇ ਨਾਲ, ਮੋਹ ਮਮਤਾ ਦੇ ਨਾਲ, ਮਾਇਆ ਪਦਾਰਥਾਂ ਦੇ ਨਾਲ ਚਿੱਤ ਜੋੜ ਲਿਆ। ਪਰ ਉਹ ਪ੍ਰਵਾਹ ਇਹਦੇ ਅੰਦਰ ਚੱਲਦਾ ਹੁਣ ਵੀ ਹੈ, ਪਰ ਉਹਦੇ ਆਲੇ ਦੁਆਲੇ ਮੈਲ ਹੀ ਇੰਨੀ ਹੋ ਗਈ ਹੈ, ਆਲੇ ਦੁਆਲੇ ਧੁੰਦ ਹੀ ਇੰਨੀ ਪੈ ਗਈ ਹੈ, ਉਹਨੂੰ ਇਹ ਜਾਣਦਾ ਹੀ ਨਹੀਂ ਹੈ, ਉਹਨੂੰ ਵੇਖਦਾ ਹੀ ਨਹੀਂ। ਗੁਰੂ ਸਾਹਿਬ ਦਾ ਉਪਦੇਸ਼ ਉਹ ਧੁੰਦ ਹੀ ਦੂਰ ਕਰਦੇ ਹਨ, ਉਹ ਮੈਲ ਹੀ ਦੂਰ ਕਰਦੇ ਹਨ, ਜਿਹੜਾ ਆਲੇ ਦੁਆਲੇ ਜਾਲਾ ਪੈ ਗਿਆ। ਇਹ ਤੂੰ ਤਾਂ ਉਹ ਜੋਤੀ ਸਰੂਪ ਦਾ ਹੀ ਰੂਪ ਹੈ, ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ ਤੂੰ ਤਾਂ ਭੁੱਲਿਆ ਹੋਇਆ ਹੈ, ਤਾਂ ਤੂੰ ਜੋਤ ਸਰੂਪ ਹੀ ਹੈ, ਤਾਂ ਤੂੰ ਰਾਮ ਦੀ ਅੰਸ਼ ਹੈ, ਤਾਂ ਪ੍ਰਮਾਤਮਾ ਦੀ ਅੰਸ਼। ਕਹੋ ਕਬੀਰ ਇਹੋ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮਨਸ। ਹੈ ਤਾਂ ਰਾਮ ਦੀ ਅੰਸ਼ ਹੈ ਤੂੰ। ਤੇ ਉਹ ਜਾਪ ਜਿਹੜਾ ਇੱਕ ਰਸ ਚੱਲ ਰਿਹਾ ਹੈ, ਉਹਨੂੰ ਚਾਰ ਚਫੇਰੇ ਦਾ ਸ਼ੋਰ ਸ਼ਰਾਬਾ ਹੀ ਇੰਨਾ ਹੈ, ਉਹ ਜਾਪ ਭੁੱਲ ਗਿਆ। ਉਹ ਫੇਰ ਚੱਲੇ, ਇਸ ਕਰਕੇ ਗੁਰੂ ਕੇ ਸ਼ਬਦ ਨਾਲ ਜੁੜਨਾ ਪਵੇਗਾ, ਗੁਰੂ ਕੀ ਬਾਣੀ ਪੜ੍ਹਨੀ ਪਵੇਗੀ, ਗੁਰੂ ਵਾਲੇ ਬਣਨਾ ਪਵੇਗਾ, ਗੁਰੂ ਕੇ ਨਾਮ ਦੇ ਨਾਲ ਜੁੜਨਾ ਪਵੇਗਾ। ਤੇ ਫਿਰ ਉਹ ਅਨਹਤ ਬਾਣੀ ਜਿਹੜੀ ਹੈ ਉਹ ਗੁਰੂ ਕੇ ਸ਼ਬਦ ਦੁਆਰਾ ਜਾਣੀ ਜਾਵੇਗੀ, ਜਿਸ ਨੂੰ ਅਜੱਪਾ ਜਾਪ ਆਖਿਆ ਹੈ, ਜਿਹੜਾ ਆਪਣੇ ਆਪ ਚੱਲਦਾ ਹੈ। ਜਿਵੇਂ ਝਰਨਾ ਝਰਦਾ ਨਿਜ ਰਹੂੰ ਗੁਰਮੁਖ ਬਾਣੀ ਅਗੜ ਕਢਾਵੈ। ਜਿਵੇਂ ਝਰਨੇ ਦਾ ਪ੍ਰਵਾਹ ਹੈ ਨਾ, ਪਹਾੜਾਂ ਦੇ ਵਿੱਚੋਂ ਜਲ ਦੇ ਝਰਨੇ ਫੁੱਟਦੇ, ਉਹ ਆਪਣੇ ਆਪ ਚੱਲਦੇ। ਇਸੇ ਤਰ੍ਹਾਂ ਇੱਕ ਰਸ ਬਾਣੀ, ਉਹ ਅਨਹਤ ਬਾਣੀ ਜਿਹੜੀ ਨਾਸ ਨਹੀਂ ਹੁੰਦੀ ਹੈ ਬਾਣੀ। ਮਹਾਂਪੁਰਖ ਗੁਰਮੁਖ ਪਿਆਰਿਆਂ ਦੇ ਹਿਰਦੇ ਵਿੱਚ ਜਿਹੜੇ ਨਾਮ ਦਾ ਜਾਪ ਕਰਦੇ ਹਨ, ਸਿਮਰਨ ਵਿੱਚ ਰਹਿੰਦੇ, ਬੰਦਗੀ ਵਿੱਚ, ਉਹਨਾਂ ਦੇ ਫਿਰ ਐਸਾ ਚੱਲਦਾ ਹੈ। ਤੇ ਕਈਆਂ ਗੁਰਮੁਖਾਂ ਦੇ ਜੀਵਨ ਵਿੱਚ ਐਸਾ ਲਿਖਿਆ ਹੋਇਆ,
ਉਹਨਾਂ ਵਿੱਚੋਂ ਇੱਕ ਸਨ ਐਸੇ ਗੁਰਮੁਖਾਂ ਦੇ ਵਿੱਚੋਂ ਸ੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਖਾਲਸਾ ਪਿੰਡਰਾਂ ਵਾਲੇ। ਜਦੋਂ ਸਰੀਰ ਢਿੱਲਾ ਮੱਠਾ ਹੋਇਆ, ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਮਹਾਂਪੁਰਖਾਂ ਨੂੰ, ਤੇ ਡਾਕਟਰ ਦੇ ਬਾਰੇ ਲਿਖਿਆ ਹੋਇਆ ਵੀ ਉਹ ਬੜਾ ਗੁਰਮੁਖ ਸੀ ਤੇ ਨਾਮ ਜਪਣ ਵਾਲਾ ਸੀ। ਉਹਨਾਂ ਨੇ ਬੇਨਤੀ ਕੀਤੀ ਡਾਕਟਰ ਸਾਹਿਬ ਨੇ ਕਿ ਮਹਾਂਪੁਰਖੋ ਕੋਈ ਆਪਣੇ ਜੀਵਨ ਦੀ ਗੱਲ ਸੁਣਾਓ, ਕੋਈ ਨਾਮ ਦੀ, ਕੋਈ ਬਾਣੀ ਦੀ। ਮੈਂ ਕਈਆਂ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਆ ਜਿਨ੍ਹਾਂ ਦੀ ਬੜੀ ਉੱਚੀ ਅਵਸਥਾ ਸੀ, ਤੁਸੀਂ ਵੀ ਕੋਈ ਆਪਣਾ ਬਚਨ ਸੁਣਾਓ। ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਆਖਿਆ, ਬੇਨਤੀ ਕੀਤੀ ਡਾਕਟਰ ਤੇ ਮਹਾਂਪੁਰਖ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਵੀ ਮੈਂ ਤਾਂ ਬਿਮਾਰ ਹਾਂ, ਡਾਕਟਰ ਸਾਹਿਬ ਇਲਾਜ ਕਰੋ, ਤੁਸੀਂ ਕੋਈ ਸੁਣਾਓ ਬਚਨ। ਤਾਂ ਉਹ ਕਹਿਣ ਲੱਗਾ ਵੀ ਜਿਸ ਵੇਲੇ ਮੈਂ ਆਪਣੇ ਘਰੋਂ ਚੱਲਦਾ, ਗੱਡੀ ਵਿੱਚ ਬੈਠਦਾ ਹਾਂ ਤੇ ਜਿਹੜੀ ਗੱਡੀ ਦੀ ਆਵਾਜ਼ ਹੈ ਨਾ, ਇੰਜਨ ਦੀ ਚੱਲਣ ਦੀ ਆਵਾਜ਼ ਆਉਂਦੀ ਹੈ, ਉਹ ਘੂੰ ਘੂੰ ਦੀ ਥਾਂ ਤੇ ਮੈਨੂੰ ਆਵਾਜ਼ ਸੁਣਾਈ ਦਿੰਦੀ ਹੈ, ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ। ਇਸ ਤਰ੍ਹਾਂ ਦੀ ਆਵਾਜ਼ ਮੈਨੂੰ ਸੁਣਾਈ ਦਿੰਦੀ ਹੈ। ਕਹਿਣ ਲੱਗੇ ਡਾਕਟਰ ਸਾਹਿਬ ਧੰਨੋ ਤੁਸੀਂ, ਤੁਹਾਡਾ ਏਡਾ ਉੱਚਾ ਸੁੱਚਾ ਜੀਵਨ, ਤੁਹਾਨੂੰ ਗੱਡੀ ਦੀ ਇੰਜਣ ਦੀ ਆਵਾਜ਼ ਵਿੱਚੋਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਵਿੱਤਰ ਨਾਮ ਸੁਣਾਈ ਦਿੰਦਾ ਹੈ, ਤੁਹਾਡੀ ਐਸੀ ਪਵਿੱਤਰ ਬਿਰਤੀ। ਕਹਿਣ ਲੱਗੇ ਮਹਾਂਪੁਰਖੋ ਇਸ ਤਰ੍ਹਾਂ ਨਾ ਕਰੋ, ਤੁਸੀਂ ਵੀ ਕੋਈ ਆਪਣੇ ਜੀਵਨ ਦੀ ਗੱਲ ਸੁਣਾਓ। ਕਹਿਣ ਲੱਗੇ ਪਹਿਲਾਂ ਇਲਾਜ ਤਾਂ ਕਰੋ। ਜਿਸ ਵੇਲੇ ਉਹ ਇਲਾਜ ਕਰਨ ਵਾਸਤੇ ਚੈੱਕਅਪ ਕਰਨ ਲੱਗੇ ਤੇ ਉਹ ਕੰਨਾਂ ਨੂੰ ਲਾ ਕਰਕੇ ਮੀਟਰ ਜਿਹਾ ਜਿਸ ਵੇਲੇ ਜਿੱਥੇ ਸਰੀਰ ਤੇ ਲਾਉਂਦੇ ਆ ਤੇ ਉਹਦੇ ਵਿੱਚ ਦੀ ਆਵਾਜ਼ ਮੂਲ ਮੰਤਰ ਤੇ ਗੁਰ ਮੰਤਰ ਦੀ ਸੁਣਾਈ ਦਿੰਦੀ। ਜਿੱਥੇ ਸਰੀਰ ਤੇ ਲਾਉਂਦੇ ਉੱਥੇ ਮੂਲ ਮੰਤਰ ਦੀ ਆਵਾਜ਼ ਤੇ ਗੁਰ ਮੰਤਰ ਦੀ ਆਵਾਜ਼ ਹੀ ਸਰੀਰ ਵਿੱਚੋਂ ਸੁਣਾਈ ਦਿੰਦੀ। ਆਖਿਆ ਧੰਨੋ ਮਹਾਂਪੁਰਖੋ ਤੁਸੀਂ, ਤੇ ਤੁਹਾਨੂੰ ਕੀ ਰੋਗ ਹੋਣਾ ਹੈ ਤੇ ਕੀ ਬਿਮਾਰੀ ਹੋਣੀ ਹੈ। ਜਿੱਥੇ ਮੈਂ ਲਾਉਂਦਾ ਉੱਥੋਂ ਹੋਰ ਕੋਈ ਆਵਾਜ਼ ਹੀ ਨਹੀਂ ਆਉਂਦੀ, ਉੱਥੋਂ ਵਾਹਿਗੁਰੂ 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 ਦੀ ਆਵਾਜ਼ ਸਰੀਰ ਵਿੱਚੋਂ ਆਉਂਦੀ। ਆਖਿਆ ਤੁਸੀਂ ਵਾਕਿਆ ਹੀ ਖਾਲਸਾ ਹੋ, ਤੁਸੀਂ ਵਾਕਿਆ ਹੀ ਗੁਰੂ ਕੇ ਖਾਲਸੇ ਹੋ। ਤੇ ਜੋ ਬਚਨ ਅੰਮ੍ਰਿਤ ਬਾਣੀ ਵਿੱਚ ਗੁਰਮੁਖ ਰੋਮ ਰੋਮ ਹਰ ਧਿਆਵੈ, ਆਪ ਜੀ ਦੀ ਐਸੀ ਹੀ ਅਵਸਥਾ ਹੈ। ਤੋ ਐਸੇ ਸਾਧ ਸੰਗਤ ਜੀ, ਗੁਰੂ ਕੇ ਪੰਥ ਦੇ ਵਿੱਚ ਅਨੇਕਾਂ ਗੁਰਸਿੱਖ ਹੋਏ ਹਨ ਜਿਨ੍ਹਾਂ ਨੂੰ ਇਹ ਬਖਸ਼ਿਸ਼ ਪ੍ਰਾਪਤ ਹੋਈ ਹੈ। ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਜਿਹੜੀ ਨਾਸ ਤੋਂ ਰਹਿਤ ਅਨਹਤ ਬਾਣੀ, ਇੱਕ ਰਸ ਬਾਣੀ ਦਾ ਪ੍ਰਵਾਹ ਹੈ ਨਾ, ਗੁਰ ਸ਼ਬਦ ਜਾਣੀ, ਗੁਰੂ ਕੇ ਸ਼ਬਦ ਦੁਆਰਾ ਜਾਣੀ ਜਾਂਦੀ ਹੈ। ਤਾਂ ਗੁਰਮੁਖ ਜਿਨ੍ਹਾਂ ਨੂੰ ਇਹ ਪ੍ਰਾਪਤ ਹੋਈ ਉਹ ਇਹ ਬੇਨਤੀ ਕਰਦੇ ਆ ਵੀ ਗੁਰੂ ਕੇ ਸ਼ਬਦ ਦੁਆਰਾ ਨਾਸ ਤੋਂ ਰਹਿਤ ਬਾਣੀ ਨੂੰ ਜਾਣਿਆ ਹੈ, ਉਹ ਬਾਣੀ ਦਾ ਪ੍ਰਵਾਹ ਜਿਹੜਾ ਉਸ ਦਾ ਪਤਾ ਲੱਗਾ ਹੈ। ਹਰਿ ਨਾਮ ਹਰਿ ਰਸ ਭੋਗੋ। ਤਾਂ ਉਹ ਨਾਲ ਦੇ ਗੁਰਮੁਖਾਂ ਨੂੰ ਵੀ ਫਿਰ ਦੱਸਦੇ ਆ ਵੀ ਹਰੀ ਦੇ ਨਾਮ ਨਾਲ ਜੁੜ ਕਰਕੇ ਵਾਹਿਗੁਰੂ ਦੇ ਨਾਮ ਰਸ ਨੂੰ ਭੋਗਣਾ ਕਰੋ, ਪ੍ਰਾਪਤ ਕਰਨਾ ਕਰੋ। ਕਹੈ ਨਾਨਕ ਪ੍ਰਭ ਆਪ ਮਿਲਿਆ। ਕਹਿੰਦੇ ਹਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਪ੍ਰਭ ਆਪ ਮਿਲਿਆ, ਕਿ ਪ੍ਰਭੂ ਆਪ ਮਿਲਿਆ ਹੈ। ਪ੍ਰਭੂ ਪਰਮੇਸ਼ਰ ਆਪ ਆ ਕਰਕੇ ਹਿਰਦੇ ਦੀ ਸੇਜਾ ਤੇ ਬੈਠਾ ਹੈ, ਉਹ ਪ੍ਰਭੂ ਆਪ ਆ ਮਿਲਿਆ ਹੈ। ਕਾਰਨ ਕਾਰਨ ਜੋਗੋ, ਜੋ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ, ਜੋਗੋ ਸਮਰੱਥ ਹੈ, ਕਰਨ ਕਾਰਨ ਜੋਗ ਹੈ। ਸਾਰੇ ਕਾਰਨਾਂ ਨੂੰ ਕਰਨ ਵਾਲਾ ਇੱਕ ਹੈ ਜੋ ਸਰਬ ਵਿਆਪਕ ਹੈ, ਸਰਬ ਸ਼ਕਤੀਮਾਨ ਹੈ, ਸਰਬ ਕਲਾ ਸਮਰੱਥ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਣਾ ਜਲ ਥਲ ਮਹੀਲ ਸੋਏ। ਐਸਾ ਉਹ ਪ੍ਰਭੂ ਆਪ ਮਿਲਿਆ। ਤੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਸੇ। ਗੁਰੂ ਸਾਹਿਬ ਜੀ ਕੀ ਬਾਣੀ ਦਾ ਬੋਧ ਅਗਾਧ ਹੈ, ਡੂੰਘਾ ਹੈ। ਸਾਧ ਸੰਗਤ ਜੀ ਵਿਚਾਰ ਕਰਦਿਆਂ ਭੁੱਲਾਂ ਹੋਣੀਆਂ ਸੁਭਾਵਿਕ ਹਨ। ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ। ਖਾਲਸੇ ਪੰਥ ਦੀ ਚੜ੍ਹਦੀ ਕਲਾ ਹੋਵੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਸਮੂਹ ਖਾਲਸੇ ਪੰਥ ਦੇ ਵਿੱਚ ਏਕਤਾ ਪਾਕ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ।
ਔਰ ਸਾਧ ਸੰਗਤ ਜੀ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਅੱਜ ਸੂਰਮੇ ਦਾ ਸੋ ਭਾਈ ਸਾਹਿਬ ਸੰਦੀਪ ਸਿੰਘ ਜੀ ਸਿੱਧੂ, ਜਿਹਨੂੰ ਆਮ ਕਰਕੇ ਭਾਈ ਦੀਪ ਸਿੱਧੂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਤਾਂ ਕੌਮ ਦੀ ਗੱਲ ਕਰਦਿਆਂ ਹੋਇਆਂ, ਖਾਲਸੀ ਨਿਸ਼ਾਨ ਦੀ ਗੱਲ ਕਰਦਿਆਂ ਹੋਇਆਂ, ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਔਰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦੀਵਾਨ ਹਾਲ, ਜੋ ਟੋਡਰਮਲ ਜੀ ਦੀਵਾਨ ਹਾਲ ਹੈ, ਉਸ ਦੀਵਾਨ ਹਾਲ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸੰਪੂਰਨ ਹੋ ਰਹੇ ਹਨ ਔਰ ਉੱਥੇ ਅੰਤਮ ਅਰਦਾਸ ਹੋ ਰਹੀ ਹੈ। ਤਾਂ ਗੁਰੂ ਕੀਆਂ ਸੰਗਤਾਂ ਇੱਥੋਂ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਾ ਬੇਰ ਸਾਹਿਬ ਵਿਖੇ ਨਮਸਕਾਰਾਂ ਕਰਕੇ ਉੱਥੇ ਪਹੁੰਚ ਰਹੀਆਂ ਹਨ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ। ਔਰ ਫਰਜ਼ ਵੀ ਹੈ ਜਾਣ ਦਾ, ਜੋ ਕੌਮ ਦੀ ਗੱਲ ਕਰਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰੇ ਤਾਂ ਉੱਥੇ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਕਿ ਸਤਿਗੁਰੂ ਖਾਲਸੇ ਪੰਥ ਨੂੰ ਏਕਤਾ ਇਤਫਾਕ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ, ਗਰੀਬ ਨਵਾਜ਼ ਰਹਿਮਤ ਕਰਨ ਔਰ ਸੱਚੇ ਪਾਤਸ਼ਾਹ ਜੀ ਆਪਣੇ ਦੱਸੇ ਹੋਏ ਮਾਰਗ ਤੇ ਚੱਲਣ ਦਾ ਬਲ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰਿ ਨਾਮ ਹਰਿ ਰਸ ਭੋ, ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।